Please subscribe to our YouTube channel and press the bell icon for the latest updates. ਇਨਾਂ ਦੇ ਅਵਲੜੇ ਨੇ ਇਹ ਬੱਦਲ ਖਾਰੇ ਨੇ ਧਰਤੀ 'ਚ ਸ਼ਬਦ ਬੀਜਦੇ ਇਹ ਅੰਬਰਾਂ ਦੇ ਸਿਰਨਾਵੇਂ ਨੇ ਅੰਬਰਾਂ ਦੇ ਸਿਰਨਾਵੇਂ 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 ਅੰਬਰਾਂ ਦੇ ਸਿਰਨਾਵੇਂ। ਸਾਡੇ ਪਿਆਰੇ ਦੋਸਤੋ ਦਰਸ਼ਕੋ, ਅੱਜ ਸਾਡੇ ਇਸ ਸ਼ੋਅ 'ਚ ਪੰਜਾਬੀ ਦੇ ਪੋਠੋਹਾਰੀ ਦੇ ਹਿੰਦੀ ਦੇ ਬਹੁਤ ਵੱਡੇ ਕਵੀ ਸਵਾਮੀ ਅੰਤਰ ਨੀਰਵ ਜੀ ਜੰਮੂ ਤੋਂ ਆਏ ਨੇ। ਸਵਾਮੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਇੱਥੇ ਪਹੁੰਚਣ ਤੇ ਮਨਦੀਪ ਕੌਰ ਸਿੱਧੂ ਦੇ ਸੋਚ ਅਸੀਂ ਤੁਹਾਡਾ ਆਪਣੀ ਟੀਮ ਵੱਲੋਂ ਸਵਾਗਤ ਕਰਦੇ ਹਾਂ। ਬਹੁਤ ਧੰਨਵਾਦ ਵਿਸ਼ਾਲ ਜੀ, ਤੁਹਾਡਾ ਵੀ, ਤੁਹਾਡੀ ਟੀਮ ਦਾ ਤੇ ਸਰੋਤਿਆਂ ਦਰਸ਼ਕਾਂ ਦਾ ਵੀ। ਸਵਾਮੀ ਜੀ, ਆਪਾਂ ਬਹੁਤ ਘੱਟ ਮਿਲੇ ਹਾਂ, ਪਰ ਤੁਹਾਡੀ ਕਵਿਤਾ ਰਾਹੀਂ ਤੁਹਾਨੂੰ ਹਮੇਸ਼ਾ ਮਿਲੇ ਹਾਂ, ਕਿਤੇ ਫੰਕਸ਼ਨਾਂ 'ਚ ਮਿਲੇ ਹਾਂ। ਪੁੱਛਣ ਦਾ ਮੌਕਾ ਅੱਜ ਹੀ ਮਿਲਿਆ, ਸਵਾਮੀ ਅੰਤਰ ਨੀਰਵ, ਇਹ ਸਵਾਮੀ ਦੇ ਅਰਥ ਕੀ ਨਿਕਲਦੇ ਜਾਂ ਇਹ ਨਾਂ ਤੁਹਾਡਾ ਕਿਵੇਂ ਰੱਖਿਆ ਗਿਆ ਜਾਂ ਆਪ? ਇਹ ਕਿਸੇ ਵੇਲੇ ਓਸ਼ੋ ਵਾਲਾ ਸਿਲਸਿਲਾ ਹੈ ਸੀਗਾ ਤੇ ਉਸ ਵੇਲੇ ਦਾ ਨਾਂ ਹੈ ਤੇ ਨਾਂ ਮੈਨੂੰ ਚੰਗਾ ਲੱਗਿਆ ਤੇ ਫਿਰ ਇਸੇ ਨਾਂ ਨਾਲ ਮੈਂ ਲਿਖਦਾ ਵੀ ਰਿਹਾ ਤੇ ਬਸ ਹੋ ਗਿਆ। ਅੱਛਾ ਸਵਾਮੀ ਜੀ, ਆਪਣਾ ਤੁਹਾਡੀ ਜਿਹੜੀ ਕਵਿਤਾ ਦਾ ਸਫ਼ਰ ਹੈ ਜੀ, ਆਪਾਂ ਗੱਲ ਜਿੱਦਾਂ ਕਵਿਤਾ ਤੁਹਾਡੇ ਕੋਲ ਕਿਵੇਂ ਆਉਂਦੀ ਆ, ਇੱਥੇ ਤੁਹਾਡੇ ਸਫ਼ਰ ਦੀ ਸ਼ੁਰੂਆਤ ਮੈਂ ਪੁੱਛਣੀ ਚਾਹਾਂਗਾ ਜੀ। ਫਿਰ ਇਹਦਾ ਇੱਕ ਕਵੀ ਨੂੰ ਕੀ ਕਰਦੀ ਆ ਤੇ ਪਾਠਕ ਦਾ ਇਹਦੇ ਤੇ ਕੀ ਅਸਰ ਹੁੰਦਾ? ਇਹ 4-5 ਸਵਾਲ ਇਕੱਠੇ ਹੀ ਹੈ। ਦੇਖੋ, ਕਵਿਤਾ ਕਿਵੇਂ ਆਉਂਦੀ ਹੈ, ਮੈਂ ਗੱਲ ਦੱਸਾਂ ਕਿ ਮੈਂ ਬਹੁਤੀ ਕਵਿਤਾ ਮੈਨੂੰ ਸਵੇਰੇ ਆਉੜਦੀ ਹੈ, ਅੰਮ੍ਰਿਤ ਵੇਲੇ ਜਦੋਂ ਸੁੱਤਾ ਹੁੰਦਾ ਹੈ ਨਾ, ਜੇ ਨੀਂਦ ਖੁੱਲ ਗਈ ਤਾਂ ਬਸ ਉਹ ਕਵਿਤਾ ਦਾ ਇੱਕ ਜ਼ੋਨ ਹੈ ਮੇਰੇ ਵਾਸਤੇ। ਮੈਨੂੰ ਪਤਾ ਨਹੀਂ ਬਾਕੀ ਕਿਵੇਂ ਸੋਚਦੇ ਨੇ, ਮੁੱਦੇ ਚਲਾ ਜਾਂਦਾ, ਕਵਿਤਾ ਹੋ ਜਾਂਦੀ ਹੈ। ਉਸ ਵੇਲੇ ਲਿਖ ਲਵਾਂਗਾ ਜਾਂ ਕਈ ਵਾਰ ਕੀ ਹੁੰਦਾ ਕਿ ਚਲਕਾਰੇ ਹੀ ਹੁੰਦੇ ਨੇ ਤੇ ਮੈਂ ਉਹ ਨੋਟ ਕਰ ਲੈਣਾ, ਫਿਰ ਸਵੇਰੇ ਉਹਨੂੰ ਲਿੰਕ ਕਰ ਦੇਣਾ। ਜੇ ਹੋ ਗਈ ਉਸ ਵੇਲੇ 1:30 ਵਜੇ ਹੋਵੇ, 2 ਵਜੇ ਹੋਣ, ਟਾਈਮ ਨਹੀਂ ਦੇਖਦਾ, ਮੈਂ ਨਾਲ ਘਰ ਦੀ ਨੂੰ ਉਠਾਉਂਦਾ, ਠੀਕ, ਉੱਠ ਪਈ ਕਵਿਤਾ ਸੁਣ ਪਹਿਲਾਂ, ਠੀਕ, ਮਤਲਬ ਮੈਨੂੰ ਰਿਆ ਨਹੀਂ ਹੁੰਦਾ, ਠੀਕ, ਤੇ ਕਹਿੰਦੇ ਬੇਟੀ ਕੋਲ, ਹਾਂਜੀ, ਸੁੱਤੇ ਤੇ ਉਠਾ ਕੇ ਉੱਠ ਕਵਿਤਾ ਸੁਣ ਪਹਿਲਾਂ, ਠੀਕ। ਉਹਨੂੰ ਜ਼ੁਲਮ ਕਹਿ ਸਕਦੇ ਹੋ ਪਰ ਮੇਰੇ ਲਈ ਲਜ਼ਤ ਹੈ ਔਰ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਹੈ ਵੀ ਜੇ ਰਾਤ ਨੂੰ ਨਹੀਂ ਸੁਣਾਈ ਤੇ ਸਵੇਰੇ ਸੁਣਾਈ, ਕਿਸੇ ਵੇਲੇ ਹੋਈ ਰਾਤ ਨੂੰ ਹੱਸ ਉੱਠ ਕੇ ਸੁਣਾ ਦੇਣੀ ਸੀਗੀ, ਮਤਲਬ ਐ ਚੱਲਦਾ। ਦੂਜਾ, ਮੇਰੀ ਕਵਿਤਾ ਦਾ ਜਿਹੜਾ ਮੇਰਾ ਪੋਇਟਿਕ ਸਪੇਸ ਹੈ ਨਾ, ਉਹ ਮੇਰਾ ਇਲਾਕਾ ਪੁੰਛ ਹੈ। ਇੱਥੇ ਜਿੱਦਾਂ ਮੈਂ ਜੰਮ ਪਾਲਾ ਹਾਂ, ਉਹ ਪਹਾੜੀ ਇਲਾਕਾ, ਉਹ ਅਕਸਰ ਤੁਸੀਂ ਦੇਖੋ, ਮੈਂ ਤਾਂ 2002 ਵਿੱਚ ਪੁੰਛ ਤੋਂ ਜੰਮੂ ਆਇਆ, ਉਸ ਇਲਾਕੇ ਨੂੰ ਡਿਸਟਰਬ ਜ਼ੋਨ ਕਰਕੇ ਜਾਣਿਆ ਜਾਂਦਾ। ਉੱਥੇ ਅਕਸਰ ਹਿੰਦੁਸਤਾਨ ਪਾਕਿਸਤਾਨ ਦੇ ਨਾ ਮਤਲਬ ਫਾਇਰਿੰਗ ਹੁੰਦੀ ਹੈ ਜਾਂ ਝਗੜੇ ਹੁੰਦੇ ਸੀਗੇ। ਔਰ ਤੁਸੀਂ ਇਹ ਦੇਖੋ ਕਿ ਵੀ ਉੱਥੇ ਜਿਸ ਦਿਨ ਕਿਤੇ ਫਾਇਰਿੰਗ ਨਹੀਂ ਹੋ ਰਹੀ, ਸਪੋਜ਼ ਉਦੋਂ ਦੀ ਗੱਲ ਕਰਦਾ ਮੈਂ, ਤੇ ਨਾ ਇਹ ਖਦਸ਼ਾ ਹੁੰਦਾ ਸੀ ਕਿ ਅੱਜ ਦੋਵੇਂ ਪਾਸੋਂ ਕਿਸੇ ਨਾ ਕਿਸੇ ਦਾ ਨੁਕਸਾਨ ਹੋਇਆ ਹੋਣਾ ਤੇ ਹੁਣ ਸਫੇਦ ਝੰਡੇ ਲਗਾ ਕੇ ਤੇ ਲਾਸ਼ਾਂ ਐਕਸਚੇਂਜ ਕਰਨਗੇ। ਓ ਮਾਈ ਗॉड, ਮਤਲਬ ਇੱਦਾਂ ਦੇ ਖਦਸ਼ੇ ਹੁੰਦੇ ਸੀਗੇ। ਜਾਂ ਕਿਤੇ ਹੈਲੀਕਾਪਟਰ ਆਏਗਾ ਜ਼ਖਮੀਆਂ ਨੂੰ ਚੁੱਕਣ ਵਾਸਤੇ। ਵੈਸੇ ਇਲਾਕੇ 'ਚ ਉਹ ਜਿਹੜਾ ਇੰਪੈਕਟ ਹੈ ਨਾ, ਉਹ ਮੇਰੀ ਕਵਿਤਾ 'ਚ ਵੀ ਤੁਹਾਨੂੰ ਮਿਲੇਗਾ। ਤੁਹਾਨੂੰ ਕਵਿਤਾ ਸੁਣਾਉਣਾ ਜੀ, ਮੈਂ ਕਵੀ ਹਾਂ ਤੇ ਕਵਿਤਾ ਨਾਲ ਗੱਲ ਕਰੂੰਗਾ। ਚਲੋ ਠੀਕ ਹੈ। ਮੇਰੇ ਇਲਾਕੇ 'ਚ ਕਿਵੇਂ ਨਾ, ਰਾਜਧਾਨੀ ਦਾ ਬੱਚਾ, ਰਾਜਧਾਨੀ ਦਾ ਬੱਚਾ ਪੈਨਸਿਲ ਦੀ ਨੋਕ ਨਾਲ ਗੋਲੀ ਦੀ ਨੋਕ ਬਣਾਉਣ ਲੱਗਿਆ ਹੈ। ਵਾਹ।
ਰਾਜਧਾਨੀ ਦਾ ਬੱਚਾ ਪੈਨਸਿਲ ਦੀ ਨੋਕ ਨਾਲ ਗੋਲੀ ਦੀ ਨੋਕ ਬਣਾਉਣ ਵਿੱਚ ਮਗਨ ਹੈ, ਉਸਨੇ ਸ਼ਾਂਤੀ ਸੰਦੇਸ਼ ਮੁਕਾਬਲੇ ਵਿੱਚ ਹਿੱਸਾ ਲੈਣਾ ਹੈ, ਅਵਲ ਆਉਣਾ ਹੈ। ਭੇਡਾਂ ਨਾਲ ਗੇ ਨੂਰ ਦੇ ਮੱਥੇ ਵਿੱਚ ਆ ਵੱਜੀ ਸੀ ਪਾਰੂ ਚਲੀ ਗੋਲੀ। ਭੇਡਾਂ ਨਾਲ ਗੇ ਨੂਰ ਦੇ ਮੱਥੇ ਵਿੱਚ ਆ ਵੱਜੀ ਸੀ ਪਾਰੂ ਚਲੀ ਗੋਲੀ। ਉਸ ਦਿਨ ਆਖਰੀ ਰੋਜ਼ਾ ਸੀ। ਉਸ ਦਿਨ ਆਖਰੀ ਰੋਜ਼ਾ ਸੀ। ਆਖਰੀ ਰੋਜ਼ਾ ਈਦ ਤੋਂ ਪਹਿਲਾਂ। ਉਸ ਦਿਨ ਆਖਰੀ ਰੋਜ਼ਾ ਸੀ। ਪਿਓ ਨੂੰ ਮੱਕੀ ਛਿਲਦੇ ਪਿਓ ਨੂੰ ਚਾਹ ਦੇਣ ਗਈ ਸੀ ਕੁੜੀ। ਮੱਕੀ ਛਿਲਦੇ ਪਿਓ ਨੂੰ ਚਾਹ ਦੇਣ ਗਈ ਸੀ ਕੁੜੀ। ਕਹਿੰਦੇ ਕ੍ਰਾਸ ਫਾਇਰਿੰਗ ਵਿੱਚ ਮਰੀ ਹੈ। ਇੱਥੋਂ ਦਾ ਬੱਚਾ ਕੋਰੀ ਹੀ ਛੱਡ ਆਇਆ ਹੈ ਸ਼ਾਂਤੀ ਸੰਦੇਸ਼ ਮੁਕਾਬਲੇ ਵਾਲੀ ਸ਼ੀਟ। ਇੱਥੋਂ ਦਾ ਬੱਚਾ ਕੋਰੀ ਹੀ ਛੱਡ ਆਇਆ ਹੈ ਸ਼ਾਂਤੀ ਸੰਦੇਸ਼ ਮੁਕਾਬਲੇ ਵਾਲੀ ਸ਼ੀਟ। ਇਹ ਮੇਰਾ ਲੱਗ ਹੈ। ਹਾਂ ਸਵਾਮੀ ਜੀ, ਇੱਥੇ ਇਹੋ ਜਿਹਾ ਤੁਹਾਡੀ ਜਿਹੜੀ ਕਵਿਤਾ ਵਾ ਜੀ, ਉਹਦੇ 'ਚ ਜਿਹੜੀ ਹਿਜਰਤ ਹੈ ਜੀ, ਮਤਲਬ ਤੁਹਾਡੇ ਗੱਲ ਸ਼ੁਰੂ ਹੋ ਗਈ ਆ, ਜੀ, ਮਤਲਬ ਜੀ। ਤੁਸੀਂ ਆਪ ਹੀ ਸ਼ੁਰੂ ਕਰਤੀ ਆ ਜੀ, ਉਹ ਹਮੇਸ਼ਾ ਬੜੀ ਉਹਦੇ 'ਚ ਸਾਫ਼ ਨਜ਼ਰ ਆਉਂਦੀ ਹੈ। ਬਿਲਕੁਲ। ਜੇ ਕਿਤੇ ਪਹਾੜ ਆ ਉੱਥੇ ਹਿਜਰਤ, ਆਪਾਂ ਪਹਾੜ ਦੀ ਵੀ ਗੱਲ ਕਰਾਂਗੇ ਜੀ। ਉਸ ਹਿਜਰਤ ਪਿੱਛੇ ਮਤਲਬ ਤੁਹਾਡਾ ਕੀ ਹੈਗਾ ਅਤੀਤ, ਜਿਹੜੀ ਕਵਿਤਾ ਦੇ ਵਿੱਚ ਹਿਜਰਤ, ਕਿਤੇ ਦਰਦ ਜਿਹੜਾ ਜਿੱਦਾਂ ਗੋਲੀਆਂ ਚੱਲਣ ਦੀ ਗੱਲ ਹੁੰਦੀ ਆ, ਜੀ। ਇਹਦੀ ਕੋਈ ਬਹਿ ਕੇ ਦੀ ਕੋਈ ਬਿਲਕੁਲ ਹੈਗੀ ਹੈ, ਬਿਲਕੁਲ ਹੈਗੀ ਹੈ। 47 ਵੇਲੇ ਮੇਰੇ ਬਜ਼ੁਰਗ, ਮੇਰੇ ਦਾਦਾ, ਮੇਰੇ ਪਿਤਾ, ਮੇਰੀ ਮਾਂ ਪਾਕਿਸਤਾਨ ਤੋਂ ਹਿਜਰਤ ਕਰਕੇ ਆਏ ਸੀਗੇ। ਫਿਰ ਤੁਸੀਂ ਦੇਖੋ ਪੀਓਕੇ ਤੋਂ, ਮਤਲਬ ਪੰਜਾਬ ਵਾਲੇ ਤੋਂ ਨਹੀਂ, ਹੈ ਨਾ, ਪੀਓਕੇ ਤੋਂ ਹਲੇ ਵੀ ਸਾਨੂੰ ਉਹ ਰਿਫਿਊਜੀ ਨਹੀਂ ਮੰਨਦੇ। ਸਾਨੂੰ ਮੰਨਦੇ ਨੇ ਇੰਟਰਨਲੀ ਡਿਸਪਲੇਸਡ ਪੀਪਲ, ਵੀ ਅਸੀਂ ਵਾਪਸ ਘਰਾਂ ਨੂੰ ਜਾਣਾ ਹੈ। ਜਿਹੜੀ ਤੀਜੀ ਪੀੜ੍ਹੀ ਖਤਮ ਹੋਣ ਲੱਗੀ ਹੈ। ਇੱਥੇ ਸੀਗਾ ਕਿ ਵੀ ਜਿਹੜਾ ਬੰਦਾ ਤੂੰ ਜਿੰਨੀ ਪੈਲੀ ਛੱਡ ਕੇ ਆਇਆ ਹੈ, ਇਹਨੂੰ ਉਹਦੇ ਮੁਤਾਬਕ ਇੱਥੇ ਨਹੀਂ ਪੈਲੀ ਮਿਲੀ ਹੈ। ਸਾਡੇ ਇੱਥੇ ਐ ਨਹੀਂ ਹੈਗਾ, ਜੇ ਕੋਈ 50 ਕਿੱਲੇ ਛੱਡ ਆਇਆ ਤਾਂ ਉਹਨੂੰ ਵੀ 2-2.5 ਕਿੱਲੇ ਮਿਲੇ ਨੇ, ਇਹ 2 ਸੀ ਉਹਨੂੰ ਵੀ 2 ਹੀ ਮਿਲੇ। ਮਤਲਬ ਅਜੇ ਤੱਕ ਨਾ ਤੁਸੀਂ ਇਹ ਦੇਖੋ ਕਿ ਇੱਕ ਬਜ਼ੁਰਗ ਮੈਨੂੰ ਕਹਿੰਦੇ, ਜਿਸ ਲਈ ਅਸੀਂ ਘਰੋਂ ਨਿਕਲਣ ਲੱਗੇ ਤੇ ਮੈਂ ਬਈ ਘਰ ਦੀ ਨੇ ਨਵਾਂ ਸੂਟ ਪਾਇਆ, ਮੈਂ ਕਿਹਾ ਕੁੜੀ ਅਸੀਂ ਜੰਗਲਾਂ ਚੋਂ ਲੰਘਣਾ, ਆਪਣੇ ਬਜ਼ੁਰਗਾਂ ਦੇ ਪੀਓਕੇ ਚ ਨਾ ਇਹਦੇ ਫਟ ਜਾਣਗੇ, ਅਸੀਂ ਪਰਸੋਂ ਮੁੜ ਕੇ ਘਰੇ ਆਉਣਾ ਤੇ ਪੁਰਾਣੇ ਕੱਪੜੇ ਪਾ ਲਿਆ, ਬਈ ਲੀੜੇ ਪੁਰਾਣੇ ਪਾ ਕੇ ਚੱਲ। ਕਹਿੰਦੇ ਉਹ ਦਿਨ ਅਜੇ ਤੱਕ ਨਹੀਂ ਆਇਆ। ਸਾਡੀ ਤੀਜੀ ਪੀੜ੍ਹੀ ਹੈ ਜਿਹੜੀ ਨਾ, ਉਹ ਮਤਲਬ ਵੀ ਬੀਤ ਗਈ ਹੈ ਨਾ। ਸਾਡੇ ਮਤਲਬ ਤੁਸੀਂ ਉਹ ਅਸੀਂ ਹਰ ਆਪਣੇ ਬਜ਼ੁਰਗਾਂ ਨੂੰ, ਠੀਕ ਹੈ, ਉਹਨਾਂ ਨੂੰ ਅਸੀਂ ਰੋਂਦੇ ਰੋਂਦੇ ਦੇਖਿਆ, ਉਹ ਮਿੱਟੀ ਲਈ ਉਹਨਾਂ ਨੂੰ ਤੰਗਦੇ ਦੇਖਿਆ, ਹੈ ਨਾ। ਹੁਣ ਮੇਰੇ ਪਿਤਾ ਉਦੋਂ 8 ਸਾਲ ਦੇ ਜੇ ਘਰੋਂ ਆਏ ਸੀਗੇ, ਪਰ ਹਲੇ ਵੀ ਉਹ ਘਰ ਦੀ ਗੱਲ ਕਰਦੇ ਨੇ। ਹੁਣ ਠੀਕ ਹੈ, ਉਸ ਪਾਸੇ ਮੇਰੇ ਦੋਸਤ ਰਹਿੰਦੇ ਨੇ, ਹੈ ਨਾ, ਉਹ ਉਹਨਾਂ ਨੂੰ ਮਤਲਬ ਨਾ ਹਰ ਸੀਜ਼ਨ ਦੀ ਵੀਡੀਓ ਬਣਾ ਕੇ ਭੇਜਦੇ ਨੇ। ਦੇਖੋ ਬਈ ਥੋੜੇ ਹੈ ਨਾ, ਬਈ ਮਤਲਬ ਰੁੱਖਾਂ ਨੂੰ, ਬੂਟਿਆਂ ਨੂੰ ਫੁੱਲ ਲੱਗੇ ਨੇ, ਹੈ ਨਾ, ਫਲ ਪੈ ਰਹੇ ਨੇ, ਘਾਹ ਵੱਡਾ ਹੋ ਗਿਆ, ਹੈ ਨਾ, ਹੁਣ ਪਤਝੜ ਆ ਗਈ ਹੈ, ਵੀ ਇਹ ਰੰਗ ਆਇਆ ਹੋ ਗਿਆ ਪਿੰਡ ਦਾ, ਉਹ ਭੇਜਦੇ ਨੇ। ਪਿਤਾ ਮੈਂ ਦੇਖਤਾ ਹੂੰ ਜਮਾ ਖਿੜ ਜਾਂਦੇ ਨੇ। ਹਲੇ 8 ਸਾਲ ਦਾ ਬੱਚਾ ਆਪਣਾ ਅਤੀਤ, ਆਪਣਾ ਪਿੰਡ ਆਪਣੇ ਨਾਲ ਲੈ ਕੇ ਆਇਆ ਹੋਇਆ, ਹੈ ਨਾ। ਹੁਣ ਉਹ 83 ਸਾਲ ਦੇ ਹੈਗੇ, ਹਾਲੇ ਵੀ ਉਹਨਾਂ ਨੂੰ ਉਮੀਦ ਹੈ ਕਿ ਕਿਹੜਾ ਜਾ ਕੇ ਮੈਂ ਆਪਣਾ ਪਿੰਡ ਦੇਖ ਹੀ ਲਵਾਂ, ਪਰ ਕੁਝ ਨਹੀਂ ਕਿਹਾ ਜਾ ਸਕਦਾ। ਨਹੀਂ, ਫਿਰ ਦੇਖੋ ਤੁਸੀਂ ਕਵੀ ਆ, ਕਵੀ ਜਿਹੜਾ ਵਾ ਆਪਣੇ ਪਿਤਾ ਦੇ ਦਰਦ ਨੂੰ ਜ਼ਿਆਦਾ ਸਮਝਦਾ ਜੀ। ਤੇ ਜਿਸ ਤਰ੍ਹਾਂ ਹੁਣ ਕਰਤਾਰਪੁਰ ਲਾਂਘਾ ਵੀ ਖੁੱਲਿਆ ਵਾ ਜੀ, ਆਦਾਨ ਪ੍ਰਦਾਨ ਹੋ ਰਿਹਾ, ਰਿਸ਼ਤੇਦਾਰੀ ਆ ਜਾ ਰਹੀ ਆ, ਤੇ ਕੋਈ ਇਹੋ ਜਿਹਾ ਮੌਕਾ ਨਹੀਂ ਮਿਲਿਆ ਜਾਂ ਤੁਸੀਂ ਪੈਦਾ ਨਹੀਂ ਕਰ ਸਕੇ ਮੌਕਾ ਹੈ ਆਪਣੇ ਪਿਤਾ ਵਾਸਤੇ? ਦੇਖੋ ਪਿੱਛੇ ਪਹਿਲੇ ਕੋਸ਼ਿਸ਼ ਹੋਈ ਸੀਗੀ, ਚੱਕਾਂ ਦੇ ਬਾਗ ਤੋਂ ਰਾਹੇ ਅਮਨ ਨੇ ਨਾ ਸ਼ੁਰੂ ਕੀਤਾ ਸੀ, ਹੈ ਨਾ, ਮਤਲਬ ਵੀ ਲੋਕ ਆ ਜਾ ਰਹੇ ਸਨ। ਹੁਣ ਬੰਦ ਹੋ ਗਿਆ ਕੁਝ ਹਾਲਾਤ ਨਾਸਾਜ਼ ਹੋਣ ਕਰਕੇ। ਉਸ ਵੇਲੇ ਇਹ ਸੀ ਕਿ ਜੇ ਤੁਹਾਡਾ ਕੋਈ ਰਿਸ਼ਤੇਦਾਰ ਪਾਰ ਰਹਿ ਗਿਆ, ਬਹੁਤ ਸਾਰਾ ਇਸ ਤਰ੍ਹਾਂ ਹੋਇਆ ਕਿ ਕੋਈ ਭਰਾ ਇੱਥੇ ਆਏ, ਕਿੱਥੇ ਹੈਗਾ, ਹੈ ਨਾ, ਉਹ ਮਿਲ ਸਕਦੇ ਸੀਗੇ ਵੀ ਪਰਮਿਟ ਲੈ ਕੇ। ਪਰ ਜਿਸ ਦਾ ਉੱਥੇ ਰਿਸ਼ਤੇਦਾਰ ਕੋਈ ਨਹੀਂ ਹੈਗਾ, ਉਹਦੀ ਭੋਏ ਉੱਥੇ ਹੈ, ਉਹ ਨਹੀਂ ਜਾ ਸਕਦਾ। ਹਲੇ ਬਹੁਤ ਕੋਸ਼ਿਸ਼ਾਂ ਕਰ ਰਹੇ ਨੇ, ਹਲੇ ਵੀ ਕਰ ਰਹੇ ਨੇ, ਕੁਝ ਨਹੀਂ ਕਿਹਾ ਜਾ ਸਕਦਾ। ਸਿਆਸਤ ਕੀ ਕਰਦੀ ਹੈ ਉਹ ਤਾਂ ਆਮ ਬੰਦੇ ਨੂੰ ਪਤਾ ਨਹੀਂ ਹੁੰਦਾ, ਉਹਦੀ ਤਾਂ ਭਾਸ਼ਾ ਹੀ ਪਿਆਰ ਦੀ ਹੁੰਦੀ। ਅੱਛਾ ਸਵਾਮੀ ਜੀ, ਇੱਕ ਮੇਰੇ ਮਨ 'ਚ ਹੋਰ ਸਵਾਲ ਆਉਣ ਡਿਆ ਨਾਲ ਇਹਦੇ, ਵੀ ਜਿੱਦਾਂ ਸਾਡੇ ਪਿਤਾ ਵੀ ਜਾਂ ਹੋਰ ਮੇਰੇ ਵਰਗਿਆਂ ਦੇ ਬਹੁਤ ਸਾਰੇ ਲੋਕ ਉਦੋਂ ਆਏ ਤੇ ਪੰਜਾਬ 'ਚ ਇੱਥੇ ਆ ਕੇ ਵਸੇ ਜੀ, ਤੇ ਤੁਹਾਡਾ ਪੁੰਛ ਦੇ ਇਲਾਕੇ ਵੱਲ ਜਾ ਕੇ ਹਿਜਰਤ ਕਰਕੇ ਉੱਥੇ ਪਹੁੰਚਣਾ ਜੀ, ਜਾਂ ਪੰਜਾਬ 'ਚ ਨਾ ਆਉਣਾ, ਇਹਦਾ ਕੋਈ ਸਟੇਟ ਵਾਈਜ਼ ਜਾਂ ਕਿੱਦਾਂ ਕੀ ਹਿਸਾਬ ਦਾ? ਬਿਲਕੁਲ। ਅਸੀਂ ਦੇਖੋ ਜਿਹੜੀ ਜੰਮੂ ਐਂਡ ਕਸ਼ਮੀਰ ਸੀਗੀ, ਇਕੱਠੀ ਸਟੇਟ ਸੀਗੀ ਨਾ, ਠੀਕ ਹੈ, ਤੇ ਅਸੀਂ ਜਿਹੜੀ ਹੈ ਉਹ ਪੀਓਕੇ ਦਾ ਜਿਹੜਾ ਇਸ ਜੰਮੂ ਕਸ਼ਮੀਰ ਸਟੇਟ ਦਾ ਪੀਓਕੇ ਵਾਲੇ ਹਿੱਸੇ 'ਚੋਂ ਅਸੀਂ ਜਿਹੜਾ ਆਈਓਕੇ ਵਾਲੇ ਹਿੱਸੇ 'ਚ ਆਏ, ਜਾਂ ਇੱਧਰ ਜਿਹੜੀ ਸਾਡੀ ਹੈਗੀ ਹੈ ਪੁੰਛ ਨਾ, ਵੀ ਅਸੀਂ ਉਧਰੋਂ ਤੁਰ ਕੇ ਅਸੀਂ ਇੱਥੇ ਆਏ।
ਇਲਾਕਾ ਸਾਡੇ ਮੁਤਾਬਕ ਸੀਗਾ, ਇਸ ਇਲਾਕੇ ਦਾ ਜੀਓਗ੍ਰਾਫੀ ਸਾਡੇ ਮੁਤਾਬਕ ਸੀਗਾ, ਹੈ ਨਾ। ਤਾਂ ਥੋੜੇ ਕੁਝ ਲੋਕ ਹਰੇ ਕਿ ਥੋੜੇ ਪੰਜਾਬ ਆਏ ਨੇ, ਰਾਜਪੁਰਾ ਹੈਗੇ ਹੈ, ਕੁਝ ਲੋਕ ਗੰਗਾਨਗਰ ਵੀ ਗਏ ਨੇ, ਹੈ ਨਾ, ਕੁਝ ਦਿੱਲੀ ਵੀ ਸੈਟਲ ਹੋਏ ਨੇ, ਪਰ ਬਹੁਤੇ ਅਸੀਂ ਉਹਨਾਂ ਇਲਾਕਿਆਂ 'ਚ ਵਸੇ ਹਾਂ। ਠੀਕ ਆ। ਅੱਛਾ, ਇਹ ਦੇਖੋ ਤੁਸੀਂ ਜਿੱਦਾਂ ਪੁੰਛ ਇਲਾਕੇ ਦੀ ਗੱਲ ਕੀਤੀ ਹੈ, ਉੱਥੇ ਪੋਠੋਹਾਰੀ ਬੋਲੀ ਜਾਂਦੀ ਹੈ। ਫਿਰ ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਉਰਦੂ ਪੜ੍ਹਦੇ ਸੀ, ਉਹ ਸਾਰਾ ਉੱਥੋਂ ਦੀ ਧਰਾਤਲ ਦਾ ਮਾਹੌਲ ਆਉਣਾ। ਜੀ ਜੀ। ਪੋਠੋਹਾਰੀ ਦੇ ਵਿੱਚ ਵੀ ਤੁਸੀਂ ਕਵਿਤਾ ਲਿਖਦੇ ਆ, ਪੰਜਾਬੀ 'ਚ ਵੀ ਲਿਖਦੇ ਆ, ਹਿੰਦੀ 'ਚ ਵੀ ਲਿਖਦੇ ਆ ਜੀ। ਪੋਠੋਹਾਰੀ ਦਾ ਤੇ ਹਿੰਦੀ ਦਾ ਤੇ ਆਪਾਂ ਮੇਲ ਕਹਿ ਸਕਦੇ ਆ, ਹਨਾ। ਪਰ ਪੰਜਾਬੀ ਵੱਲ ਆਉਣਾ ਤੁਹਾਡਾ, ਤੁਸੀਂ ਪੋਠੋਹਾਰੀ ਦੇ ਹਿੰਦੀ ਦਾ ਨਹੀਂ, ਪੋਠੋਹਾਰੀ ਪੰਜਾਬੀ ਹੈਗੀ ਹੈ ਨਾ, ਸਿਰਫ ਪੰਜਾਬੀ ਦੀ ਡਾਇਲੈਕਟ ਹੈ। ਪੋਠੋਹਾਰੀ ਦੇ ਪੰਜਾਬੀ ਕਹੂੰਗਾ ਮੈਂ। ਦੇਖੋ, ਪੰਜਾਬੀ ਅਸੀਂ ਘਰਾਂ 'ਚ ਪੜ੍ਹਦੇ ਸੀਗੇ, ਹੈ ਨਾ, ਗੁਰਦੁਆਰਿਆਂ 'ਚ ਪੜ੍ਹਦੇ ਸੀਗੇ। ਫਿਰ ਹਾਂ, ਇਹਦੇ 'ਚ ਮੈਂ 2-3 ਗੱਲਾਂ ਕਰਾਂਗਾ। ਆਤਮਜੀਤ ਹੋਰੀ ਨਾ ਪਲੇ ਰਾਈਟ ਨੇ, ਚੰਡੀਗੜ੍ਹ ਵਾਲੇ, ਇਹ ਜੰਮੂ ਗਏ। ਮੈਂ ਇਹਨਾਂ ਨੂੰ ਪੋਠੋਹਾਰੀ ਕਵਿਤਾ ਸੁਣਾਈ। ਕਹਿੰਦੇ ਤੂੰ ਪੋਠੋਹਾਰੀ ਵਧੀਆ ਲਿਖਣਾ, ਤੂੰ ਪੰਜਾਬੀ ਬੋਲਣਾ, ਪੰਜਾਬੀ 'ਚ ਵੀ ਲਿਖ। ਫਿਰ ਖਾਲਿਦ ਹੁਸੈਨ ਸਾਹਿਬ, ਠੀਕ ਹੈ, ਉਹਨਾਂ ਮੈਨੂੰ ਨਾ ਮਤਲਬ ਪੰਜਾਬੀ ਦੀ ਮੈਨੂੰ ਕਵਿਤਾ ਨਾ ਸੁਣਾਈ ਤੂੰ, ਠੀਕ ਹੈ। ਫਿਰ ਤੂੰ ਪਹੁੰਚ ਗਏ ਬਲਿੰਦਰ ਨਸਰਾਲੀ, ਯੂਨੀਵਰਸਿਟੀ ਪੜ੍ਹਾਉਂਦੇ ਸੀਗੇ, ਕਿ ਤੂੰ ਪੰਜਾਬੀ ਬੋਲਦਾ ਤਾਂ ਹੈ ਯਾਰ, ਸਮਝਦਾ ਵੀ ਵਧੀਆ, ਲਿਖਦਾ ਕਿਉਂ ਨਹੀਂ। ਫਿਰ ਕਿਤੇ ਮੈਨੂੰ ਲੱਗਿਆ ਨਹੀਂ ਯਾਰ, ਮਤਲਬ ਮੈਨੂੰ ਲਿਖਣੀ ਚਾਹੀਦੀ, ਮੈਂ ਲਿਖ ਸਕਦਾ, ਤੇ ਬਸ ਫਿਰ ਹੋ ਗਿਆ। ਤੇ ਪੋਠੋਹਾਰੀ ਦੀ ਤੁਸੀਂ ਗੱਲ ਕੀਤੀ, ਆਪਾਂ ਕਵਿਤਾ ਦੀ ਗੱਲ ਕਰੀ, ਕੋਈ ਪੋਠੋਹਾਰੀ ਦੀ ਕਵਿਤਾ ਜਿਹੜੀ ਆ ਸਾਡੀ ਦਰਸ਼ਕਾਂ ਨਾਲ ਸਾਂਝੀ ਕਰੋ ਕੋਈ। ਮੈਂ 1-2 ਵਾਰੀ ਤੁਹਾਡੀ ਉਹ ਕਵਿਤਾ ਸੁਣੀ ਆ, ਬੜੀ ਪਿਆਰੀ, ਖੁਸ਼ ਹੋਈ ਲਈਦਾ, ਖੁਸ਼ ਹੋਈ ਜਾਂਦੇ। ਹਾਂ, ਉਹ ਕਵਿਤਾ ਤੁਸੀਂ ਸਾਡੇ ਨਾਲ ਜ਼ਰੂਰ ਸੁਣਾਉਣਾ। ਤੇ ਔਖੇ ਸ਼ਬਦ ਹੋਣਗੇ, ਮੈਂ ਉਹ ਦੱਸ ਦੂੰਗਾ ਨਾ। ਹਾਂ ਹਾਂ, ਬਿਲਕੁਲ ਬਿਲਕੁਲ। ਨਿਸਾਰ ਹੋ ਗਿਆ ਕਨਕਾਂ ਨਿਸਰਨੀਆਂ। ਕਨਕੈ ਨਿਸਾਰ ਆਨੇ ਤੀ, ਕਨਕੈ ਨਿਸਾਰ ਆਨੇ ਤੀ, ਮੱਕੈ ਬੂਰ ਬਗਨੇ ਤੀ, ਤਈਆਂ ਮਿੰਜਰ ਲਗਨੇ ਤੀ, ਅਸ ਗਰਾਈ ਖੁਸ਼ ਹੋ ਜਾਨੇ ਆ। ਚੱਲੇ ਨੀ ਪਹਿਲੀ ਬਾਂਗ ਉੱਪਰ ਚੂਸਾ, ਚੱਲੇ ਨੀ ਪਹਿਲੀ ਬਾਂਗ ਉੱਪਰ, ਕੁੱਕੜ ਹੋਣੇ ਨੀ ਤਾਂਗ ਉੱਪਰ, ਮੜੂ ਥੀ ਅੱਡੇ ਨੀ ਛਲਾਂਗ ਉੱਪਰ, ਕਤੂਰੇ ਨੀ ਪਹਿਲੀ ਭੌਂਕ ਉੱਪਰ, ਰਾਖਾ ਹੋਣੇ ਨੇ ਸ਼ੌਂਕ ਉੱਪਰ, ਅਸ ਗਰਾਈ ਖੁਸ਼ ਹੋ ਜਾਨੇ ਆ। ਬਛੇਰੇ ਨੀ ਦੁੜਕੀ ਚਾਲ ਉੱਪਰ, बछेरे नी दुड़की चाल ऊपर, बकरे ने मुश्की आल ऊपर, झोटे ने टुशकी ताल ऊपर, जाटे बन्नी चोखर माल ऊपर, चिट्टे दांत ऊपर, बैड़े लाल ऊपर, अस गराई खुश हो जाने आ। बंद होना चोया तकी, छत चोना बंद हो गया, ਅਸੀਂ खुश हो गए। बंद होना चोया तकी, बिकी जाना खोया तकी, नवा कुछ होया तकी, पहली ना चन तकी, बच्चा हंसू मन तकी, कांगुच खड़ा बन तकी, घर आया जन तकी, अस गराई खुश हो जाने आ। डगियां घराटा दई, डगी हो गया पंड, घराट चक्की है, पंड चक्की। डगियां घराटा दई, मंगते की आटा दई, गवांडी फूक नाटा दई, फूकनी गवांडी फूक नाटा दई, माला बंडा बाटा दई, आपू खाई मोटा झूटा, जाने आले आटा दई, अस गराई खुश हो जाने आ कि असां कोल तिल फुल भरिया थी बी है, अगले साल वास्ते बीज हैगा कि असां कोल तिल फुल भरिया थी बी है, री है पक्की लकड़, असां कोल तिल फुल भरिया थी बी है, री है करी है, दुध देनी मी है, तली लगे बूटे विचों टाली फुट मी है, अस गराई खुश हो जाने आ कि तरने 13 अंडियां चों, तरने मीन्स मुर्गी हट रखे हुए, अस गराई खुश हो जाने आ कि तरने 13 अंडियां चों कुछ गंदे निकले, कच्चे निकले, 7 बच्चे निकले, 3 गिदड़े खादे, 2 नोल पे, 2 कोल पे, 1 तोड़ चढ़िया, बनी मोर चढ़िया, अस गराई खुश हो जाने, अस गराई खुश हो जाने। बहुत वधिया नीरव जी, कविता सुनने का मजा ही है कुछ होर। ते इहदे नाल ही एक गल जुड़दी आ, मतलब एक जिहड़ी नसरी नज़म जिहड़ी तुसीं लिखदे हो जी, एक प्रगीतक मतलब कविता है जी, ਜਿੱਦਾਂ ਹੁਣੇ ਛੰਦਬੰਦ ਵਾਲੀ ਕਵਿਤਾ ਸੀ ਨਾ, ਤੇ ਇਹਨਾਂ ਨੂੰ ਜਿੱਦਾਂ ਕਹਿ ਦਿੰਦੇ ਖੁੱਲੀ ਕਵਿਤਾ ਵਾ, ਬੰਦ ਕਵਿਤਾ ਵਾ, ਮਤਲਬ ਇੱਕ ਵਖਰੇਵਾ ਜਿਹਾ ਹੋਇਆ ਪਿਆ ਇਹਦੇ ਵਿੱਚ। ਇਹਨਾਂ ਕਿਹੜੀ ਗੱਲ ਇਹਨਾਂ ਦੋਨਾਂ ਕਵਿਤਾ ਨੂੰ, ਦੋਨਾਂ ਵਿਧਾਵਾਂ ਚੋਂ ਕਵਿਤਾ ਨੂੰ ਜੋੜ ਕੇ ਰੱਖਦੀ ਆ?
ਦੇਖੋ ਕਵਿਤਾ 'ਚ ਇੱਕ ਰਿਦਮ, ਇੱਕ ਠਹਿਰਾਵ ਹੁੰਦਾ ਹੈ। ਜੇ ਤੁਸੀਂ ਕਹਿੰਦੇ ਹੋ ਨਾ ਕਿ ਬਈ ਨਸਰ ਨਜ਼ਮ ਹੈਗੀ ਹੈ, ਉਹਦੇ ਵਿੱਚ ਨਜ਼ਮੀਅਤ ਹੋਏਗੀ, ਹੈ ਨਾ, ਉਹਦੇ ਵਿੱਚ ਕਵਿਤਾਪਣ ਹੋਏਗਾ, ਉਹਦੇ 'ਚ ਰਿਦਮ ਹੋਏਗਾ। ਉਹਦਾ ਰਿਦਮ ਥੋੜਾ ਆਪਣਾ ਰਿਦਮ ਹੈ ਉਸਦਾ। ਜੇ ਰਿਦਮ ਨਹੀਂ ਹੈਗਾ ਕਵਿਤਾ ਨਹੀਂ ਹੈਗੀ, ਹੈ ਨਾ। ਬਈ ਸ਼ਬਦ ਇਕੱਠੇ ਕਰਕੇ ਢੇਰ ਲਾ ਲਓ, ਕਵਿਤਾ ਨਹੀਂ ਹੋਏਗੀ। ਕਵਿਤਾ 'ਚ ਤੇ ਕਵਿਤਾ ਧੜਕਣੀ ਚਾਹੀਦੀ ਹੈ ਨਾ, ਉਹ ਹੁੰਦੀ ਹੈ। ਪਰ ਗੀਤਕ ਕੀ ਹੈਗੀ ਹੈ ਕਿ ਉੱਥੇ ਸਾਨੂੰ ਥੋੜੀ ਜਿਹੀ ਛੂਟ ਹੈ, ਤੁਸੀਂ ਥੋੜੀ ਲੈ ਪ੍ਰੋਪਰ ਤਰੀਕੇ ਨਾਲ ਚੱਲਦੀ ਹੈ, ਔਰ ਲੋਕਾਂ ਨਾਲ ਪ੍ਰਗੀਤਕ ਵੱਧ ਕਨੈਕਟ ਕਰਦੀ ਹੈ ਨਾ, ਕਿਉਂਕਿ ਸਾਡੀ ਗੀਤ ਸਾਡੇ ਹਿੱਸੇ ਨੇ। ਜੇ ਤੁਸੀਂ ਛੋਟੇ ਬੱਚੇ ਨੂੰ ਅਗਰ ਕੁਝ ਸੁਣਾਉਣ ਨੂੰ ਕਹੋਗੇ ਨਾ, ਤੇ ਉਸਨੂੰ ਪਹਿਲੇ ਪ੍ਰਗੀਤਕ ਹੀ ਸੁਣਾਏਗਾ। ਮਛਲੀ ਜਲ ਕੀ ਰਾਨੀ ਹੈ ਨਾ, ਜਾਂ ਬਾਬਾ ਬਲੈਕ ਸ਼ਿਪ, ਉਹਨੇ ਪ੍ਰਗੀਤਕ ਹੀ ਸੁਣਾਉਣੀ ਹੈ। ਹਰ ਬੱਚਾ ਜੋੜਨ ਦੀ ਕੋਸ਼ਿਸ਼ ਕਰਦਾ ਹੈ, ਹਰ ਬੱਚਾ ਕਵਿਤਾ ਜੋੜਦਾ ਹੈ। ਨਾਨਾ ਆਇਆ ਖਾਣਾ ਖਾਇਆ, ਇਸ ਦੌਰਾਨ ਅਸੀਂ ਕੀ ਕਰਦੇ ਹਾਂ, ਉਸਦੀ ਜਿਹੜੀ ਤਾਲੀਮ ਹੈ, ਦੀ ਐਜੂਕੇਸ਼ਨ ਹੈ, ਅਸੀਂ ਉਹਦੇ ਵਿੱਚ ਉਹ ਕਵਿਤਾ ਨੂੰ ਵਿਸਰਨ ਲੱਗਦਾ ਹੈ। ਤੁਸੀਂ ਦੇਖੋ, ਤੁਸੀਂ ਬੱਚੇ ਦੇ ਹੱਥ ਕੋਇਲਾ ਫੜਾ ਦਿਓ, ਠੀਕ ਹੈ, ਚਾਕ ਫੜਾ ਦਿਓ, ਉਹ ਦੀਵਾਰਾਂ ਚਿੱਤਰਨ ਲੱਗ ਪਏਗਾ, ਉਹ ਤਸਵੀਰਾਂ ਬਣਾਉਣ ਲੱਗ ਪਏਗਾ। ਫਿਰ ਕੀ ਗੱਲ ਹੁੰਦੀ ਹੈ ਕਿ ਬਹੁਤ ਦੇਰ ਬਾਅਦ ਜਾ ਕੇ ਉਹ ਫੇਰ ਭੁੱਲ ਜਾਂਦਾ ਉਹ। ਹਾਲਾਂਕਿ ਜਦੋਂ ਤੁਸੀਂ ਦੇਖੋ ਉਹਦੀ ਤਸਵੀਰ ਕੀ ਹੋਏਗੀ, ਉਹਨੇ ਤਿਕੋਣ ਵਾਉਣੀ ਹੈ, ਉਹ ਕੀ ਹੈਗਾ, ਕਹਿੰਦਾ ਸਮੋਸਾ, ਠੀਕ ਹੈ। ਚਕੋਰ ਵਾਏਗਾ, ਕਹੇਗਾ ਇੱਟ, ਹੈ ਨਾ, ਮਾਚਿਸ। ਉਹੀ ਬੱਚਾ ਜਦੋਂ ਸਿੱਖ ਕੇ ਪੂਰੀ ਮਾਸਟਰੀ ਕਰਕੇ ਫਿਰ ਉਸ ਤੋਂ ਬਾਅਦ ਦੁਬਾਰਾ ਐਬਸਟ੍ਰੈਕਟ ਤੇ ਆਉਂਦਾ ਹੈ। ਦੇਖੋ ਜਿਹੜੀ ਕਲਾ ਦਾ ਫਾਈਨ ਹੈ ਨਾ, ਫਿਰ ਉਹ ਬੱਚਿਆਂ ਵਰਗਾ ਹੈ, ਲੇਕਿਨ ਉਹ ਸਾਰੇ ਸਿੱਖਣ ਦੀ ਪ੍ਰਕਿਰਿਆ ਚੋਂ ਗੁਜ਼ਰ ਕੇ ਉੱਥੇ ਪੁੱਜਦਾ ਹੈ। ਤੇ ਅਸੀਂ ਉਸ ਕਵਿਤਾ ਨੂੰ ਰਾਜ ਕੀਤੇ ਹੈ ਨਾ, ਮਤਲਬ ਉਹ ਵਿਸਰ ਜਾਂਦੀ ਹੈ, ਜਾਂ ਕਲਾ ਵਿਸਰ ਜਾਂਦੀ ਹੈ ਨਾ, ਸੰਗੀਤ ਵਿਸਰ ਜਾਂਦਾ ਹੈ, ਬਸ ਉਹ ਉੱਥੇ ਸਾਡਾ ਨੁਕਸਾਨ ਹੁੰਦਾ ਹੈ। ਬਹੁਤ ਸਹੀ ਜਵਾਬ ਹੈ ਇਸ ਜਿਹੜਾ ਮੇਰਾ ਸਵਾਲ ਸੀ। ਤੁਸੀਂ ਆਪਣੀ ਕਵਿਤਾ ਨੂੰ ਜੀ ਖੁਦ ਡਿਫਾਈਨ ਕਰਨਾ ਹੋਵੇ ਜੀ, ਤੇ ਕਿੱਥੇ ਰੱਖ ਕੇ ਵੇਖਦੇ ਹੋ? ਕਿਉਂਕਿ ਤੁਸੀਂ ਹਰ ਵਿਸ਼ੇ ਤੇ, ਮਤਲਬ ਵਿਸ਼ਵ ਪੱਧਰ ਤੇ, ਲੋਕਲ ਲੈਵਲ ਤੇ ਪੰਜਾਬੀ ਦੀ, ਖੁਸ਼ਵਾਲੀ, ਦੂਜੀਆਂ ਪੋਟੋਹਾਰੀ ਸਾਰੀਆਂ ਕਵਿਤਾਵਾਂ ਤੁਸੀਂ ਲਿਖੀਆਂ, ਤੇ ਕਿਸ ਤਰ੍ਹਾਂ ਦਾ ਕਵੀ ਕੋ ਹੋਣਾ ਪਸੰਦ ਕਰੋਗੇ, ਜਾਂ ਕਿਸ ਵਰਗ ਦੇ ਨਾਲ ਖਲੋਣਾ ਤੁਸੀਂ ਚਾਹੋਗੇ? ਦੇਖੋ, ਮੈਂ ਤੇ ਮਨੁੱਖ ਦੇ ਨਾਲ ਖਲੋਣਾ ਚਾਹੂੰਗਾ, ਠੀਕ ਹੈ। ਜੇ ਤੁਸੀਂ ਕਹੋਗੇ ਤੂੰ ਕਿੱਦਾਂ ਦਾ ਕਵੀ ਹੋਣਾ ਪਸੰਦ ਕਰੇਗਾ, ਮੈਂ ਕਹਾਂਗਾ ਮੈਂ ਮੇਰੇ ਮੁਹੱਲੇ ਦਾ ਕਵੀ ਹੋਣਾ ਪਸੰਦ ਕਰਾਂਗਾ, ਮੈਂ ਮੇਰੇ ਇਲਾਕੇ ਦਾ ਕਵੀ ਹੋਣਾ ਪਸੰਦ ਕਰਾਂਗਾ। ਮੈਂ ਉਸ ਇਲਾਕੇ ਨੂੰ ਜਾਣਦਾ, ਇਲਾਕਾ ਮੈਨੂੰ ਜਾਣਦਾ ਹੈ, ਮੈਨੂੰ ਝੂਠ ਬੋਲਣ ਦੀ ਲੋੜ ਨਹੀਂ ਹੈ। ਨਹੀਂ, ਠੀਕ ਹੈ ਹੈ ਨਾ। ਜਿਹੜੀ ਗੱਲ ਮੈਂ ਚੁੱਕਾਂਗਾ ਉੱਥੋਂ, ਉਹ ਵੱਖਰੀ ਗੱਲ ਹੈ, ਉਹ ਗੱਲ ਹਰ ਥਾਂ ਤੇ ਹੋ ਰਹੀ ਹੈ, ਹੈ ਨਾ, ਉਹ ਲੋਕਲਾਈਜ਼ ਨਹੀਂ ਹੋਏਗੀ। ਬਟ ਮੈਂ ਕਵੀ ਤਾਂ ਮਤਲਬ ਮੈਂ ਆਪਣੇ ਇਲਾਕੇ ਦਾ ਕਵੀ ਹਾਂ, ਮੈਂ ਆਪਣੇ ਲੋਕਾਂ ਦਾ ਕਵੀ ਹਾਂ, ਮੈਂ ਉਹਨੂੰ ਜਾਣਦਾ, ਉਹ ਮੈਨੂੰ ਜਾਣਦੇ ਨੇ। ਤੁਸੀਂ ਪਹਿਲਾਂ ਜਦੋਂ ਮੈਂ ਕਵਿਤਾ ਦੇ ਸਫ਼ਰ ਦੀ ਗੱਲ ਕੀਤੀ ਸੀਗੀ, ਤੁਸੀਂ ਆਪਣਾ ਪੁੰਛ ਇਲਾਕੇ ਦੀ ਗੱਲ ਕੀਤੀ ਜੀ। ਮੈਂ ਇਹ ਪੁੱਛਣਾ ਚਾਹੁੰਦਾ ਵਾਂ, ਜਦੋਂ ਤੁਹਾਡੀ ਅੰਦਰ ਮਤਲਬ ਜੀ ਸ਼ਬਦ ਇਕੱਠੇ ਹੋਏ, ਜੀ, ਜਾਂ ਦੂਜੇ ਲਫ਼ਜ਼ਾਂ 'ਚ ਮੈਂ ਆਪਣੇ ਸਵਾਲ ਨੂੰ ਸੌਖਾ ਕਰਾਂ ਹੋਰ ਤੁਹਾਡੇ ਜਵਾਬ ਵਾਸਤੇ, ਕਿ ਤੁਹਾਨੂੰ ਕਦੋਂ ਲੱਗਾ ਸੀਗਾ ਕਿ ਸਵਾਮੀ ਅੰਤਰ ਨੀਰਵ ਜਿਹੜਾ ਉਹਦੇ ਅੰਦਰ ਇੱਕ ਲੇਖਕ ਬੈਠਾ ਤੇ ਉਹ ਕਵਿਤਾ ਲਿਖੇਗਾ, ਤੇ ਕਦੋਂ ਸਫ਼ਰ ਕਦੋਂ ਸ਼ੁਰੂ ਹੋਇਆ, ਮਤਲਬ ਲੱਗਾ ਕਦੋਂ ਤੁਹਾਨੂੰ ਇਸ ਗੱਲ ਨੂੰ ਲੈ ਕੇ? ਬੜੀ ਮਜ਼ੇਦਾਰ ਗੱਲ ਸੁਣਾ। ਮੈਂ ਨਾ ਚੌਥੀ ਪੰਜਵੀਂ ਪੜ੍ਹਦਾ ਹੁੰਦਾ ਸੀ, ਸਾਡੇ ਇੱਕ ਮੈਡਮ ਸੀਗੇ ਅਵਤਾਰ ਕੌਰ, ਅਸੀਂ ਉਹਨੂੰ ਅਵਤਾਰ ਭੈਣ ਜੀ ਕਹਿੰਦੇ ਸਾਂ, ਤੇ ਉਹਨਾਂ ਕਹਿਣਾ ਬਈ ਉਹ ਐਸੇ ਲਿਖ, ਨਿਬੰਧ ਲਿਖੋ, ਖੁਲਾਸਾ ਹੈ, ਉਹ ਨਾ ਮੈਂ ਆਪ ਦੇ ਕੋਲੋਂ ਬਣਾ ਕੇ ਲਿਖਣਾ। ਬਈ ਗਾਂ ਦਾ ਐਸੇ ਹੈ, ਤੇ ਗਾਂ ਤੇ ਸਾਰਿਆਂ ਨੇ ਕਰਾਂ ਹੈਗੀ ਹੈ ਨਾ, ਕੀ ਲੋੜ ਯਾਦ ਕਰਨ ਦੀ, ਹੈ ਨਾ, ਵੀ ਉਹ ਇਸ ਤਰ੍ਹਾਂ ਮਾਰ ਗਈ, ਉਹਦਾ ਪਹਿਲਾ ਪੈਰ ਟੁੱਟ ਗਈ ਹੈ, ਠੀਕ। ਉਹਨੇ ਕਹਾ ਇਹ ਇਸ 'ਚ ਕੋਈ ਗੱਲ ਹੈ, ਤੇ ਮੈਨੂੰ ਵੀ ਲੱਗਦਾ ਸੀ ਨਹੀਂ ਯਾਰ, ਜਿਹੜਾ ਕਿਤਾਬ ਵਿੱਚ ਲਿਖਿਆ ਮੈਂ ਉਸ ਤੋਂ ਚੰਗਾ ਲਿਖਿਆ, ਉਹ ਮਤਲਬ ਸੀ ਕੁਛ ਹੈ, ਇਹ ਤਾਂ ਪਤਾ ਨਹੀਂ ਸੀ ਵੀ ਕੀ ਹੈ ਨਾ, ਵੀ ਮੈਂ ਸ਼ਬਦਾਂ ਨਾਲ ਖੇਡ ਕਰ ਸਕਦਾ, ਉਹ ਇੱਕ ਚਿਣਕ ਜੀ ਆਪਣੇ ਅੰਦਰ ਲੱਗਦੀ ਸੀਗੀ। ਤੇ ਬਾਅਦ ਚੋਂ ਲਿਖ ਵੀ ਹੋ ਗਿਆ। ਅੱਛੀ ਗੱਲ ਹੈ ਕਿ ਜਿਹੜਾ ਸਾਡੇ ਪੁੰਛ ਦਾ ਮਾਹੌਲ ਹੈ ਸੀਗਾ, ਹੁਣ ਮੈਂ ਨਹੀਂ ਜਾਣਦਾ ਪ੍ਰਾਪਤ ਕਿੱਦਾਂ ਹੋਏਗਾ, ਉਹਦੇ ਵਿੱਚ ਕਵਿਤਾ ਸੀਗੀ, ਉੱਥੇ ਅਕਸਰ ਮੁਸ਼ਾਇਰੇ ਹੁੰਦੇ ਸਨ, ਮਤਲਬ ਅਕਸਰ, ਯਾਨੀ ਤੁਸੀਂ ਹਫ਼ਤੇ 'ਚ 2 ਮੁਸ਼ਾਇਰੇ ਹੋਣੇ ਪੁੰਛ ਦੇ ਵਿੱਚ, ਔਰ ਦੇਰ ਰਾਤ ਤੱਕ ਚੱਲਣੇ, ਉਰਦੂ ਦੇ, ਬਿਲਕੁਲ ਉਰਦੂ ਦੇ, ਈਵਨ ਪੋਠਵਾਰੀ ਦੇ, ਹੈ ਨਾ। ਤੇ ਅਸੀਂ ਉਹ ਸੁਣਨੇ, ਉਹ ਸਾਡੀ ਹਾਜ਼ਰੀ ਵੀ ਲੱਗਣੀ ਸ਼ੁਰੂ ਹੋ ਗਈ ਫਿਰ, ਹੈ ਨਾ। ਮੈਨੂੰ ਹਲੇ ਚੇਤਾ ਹੈ, ਸਾਡੇ ਬਜ਼ੁਰਗ ਸੀਗੇ, ਹੁਣ ਹੈ ਨੇ ਇੱਧਰ,
ਸ਼ੇਖ ਸਜਾਦ ਹੋਰੀ, ਉਹ ਵਾਰਡਨ ਸੀ ਗੁਜਰ ਬੱਕਰਵਾਲ ਹੋਸਟਲ ਦੇ। ਉਹਨੇ ਹੋਸਟਲ ਦਾ ਹਾਲ ਸਾਨੂੰ ਚਾਬੀ ਦੇ ਦੇਣੀ, ਲਓ ਭਾਈ ਚਾਹ ਮੰਗਵਾ ਦੇਣੀ, ਠੀਕ ਹੈ, ਤੇ ਨਾਲੇ ਪੜ੍ਹੋ ਲਿਖੋ। ਮਤਲਬ ਸਾਡੇ ਬਜ਼ੁਰਗਾਂ ਨੇ, ਸਾਡੇ ਉਸ ਮਾਹੌਲ ਨੇ ਸਾਨੂੰ ਥਾਪੜਾ ਦਿੱਤਾ। ਬੱਚਾ ਕਿੰਨਾ ਕੁ ਲਿਖ ਸਕਦਾ, ਫਿਰ ਵੀ ਸਾਨੂੰ ਥਾਪੜੇ ਦਿੱਤੇ ਨੇ। ਤੇ ਜੇ ਅੱਜ ਕੋਈ ਬੱਚਾ ਲਿਖਦਾ ਹੈ ਤੇ ਮੈਂ ਕਹਿੰਦਾ ਨਹੀਂ, ਉਹਨੂੰ ਥਾਪੜਾ ਦੇਣਾ ਬਣਦਾ ਹੈ, ਸਾਨੂੰ ਸਾਡੇ ਬਜ਼ੁਰਗਾਂ ਨੇ ਦਿੱਤੇ ਹੈ, ਠੀਕ ਹੈ, ਅਸੀਂ ਦੇਵਾਂਗੇ, ਹੈ ਨਾ। ਉਹਦੇ ਅੰਦਰ ਆਸ ਜਗੇਗੀ, ਯਾਰ ਮੈਂ ਕਰ ਸਕਦਾ, ਅੱਜ ਉਹ ਨਹੀਂ, ਕੱਲ ਕਰੇਗਾ, ਹੈ ਨਾ, ਪਰਸੋਂ ਹੋਰ ਅੱਛਾ ਕਰੇਗਾ। ਨਹੀਂ, ਜਿੱਦਾਂ ਤੁਸੀਂ ਕਿਹਾ ਵੀ ਭੈਣ ਜੀ ਨੇ ਕਿਹਾ ਵੀ ਲੇਖ ਕੇ ਲਿਆਓ ਤੇ ਮੈਂ ਕਾਂ ਤੇ ਲਿਖ ਜੀ। ਜਿਹੜੀ ਮੁਹੱਬਤ ਦੀ ਕਵਿਤਾ ਤੁਹਾਡੀ ਬਹੁਤ ਖੂਬਸੂਰਤ ਹੁੰਦੀ ਆ, ਬੜੇ ਖੂਬਸੂਰਤ ਟੱਚ ਉਹਦੇ ਚ ਜੀ। ਤੇ ਮੁਹੱਬਤ ਕਰਨ ਵਾਲੀ ਵੱਲ ਕੋਈ ਖਿਆਲ ਆਇਆ ਹੋਵੇ ਉਦੋਂ, ਜਾਂ ਕਿਸੇ ਨੂੰ ਮੁਹੱਬਤ ਕੀਤੀ ਹੋਵੇ ਉਸ ਉਮਰ 'ਚ ਜਾ ਕੇ, ਕੋਈ ਉਹ ਖੂਬਸੂਰਤ ਹਾਦਸਾ? ਕੋਈ ਬਚਪਨ ਵਾਲੀ ਉਮਰ ਵਿੱਚ ਤਾਂ ਮੁਹੱਬਤ ਤਾਂ ਨਹੀਂ, ਬਲਕਿ ਜਿਹੜੀ ਮੈਂ ਕਰਦਾ ਸੀਗਾ ਮੱਛੀਆਂ ਫੜਨੀਆਂ, ਸ਼ਿਕਾਰ ਕਰਨਾ, ਠੀਕ ਹੈ, ਉਹ ਦੂਜੇ ਤਰ੍ਹਾਂ ਦੀ। ਮੇਰੇ ਨਾਨਾ ਸ਼ਿਕਾਰੀ ਸੀਗੇ, ਅੱਛਾ, ਹੈ ਨਾ, ਤੇ ਉਹ ਕੁਝ ਹੋਰ ਟੋਨ ਸੀ ਮੇਰੀ, ਹੈ ਨਾ, ਬਈ ਬੰਦੂਕ ਲੈ ਕੇ ਨਾਣੇ ਨਾਲ ਤੁਰ ਜਾਣਾ, ਜਾਂ ਫਈਆਂ ਲਗਾਉਣੀਆਂ, ਹੈ ਨਾ, ਮੱਛੀਆਂ ਕਿਵੇਂ ਫੜਨੀਆਂ, ਉਦੋਂ ਉਸ ਤਰ੍ਹਾਂ ਦੀ ਸੀਗੇ। ਬਾਅਦ ਚੋਂ ਤੇ ਖੈਰ ਮੁਹੱਬਤ ਤੁਹਾਨੂੰ ਕਿਤੇ ਛੱਡਦੀ ਹੈ ਨਾ, ਉਹ ਤੁਹਾਨੂੰ ਫੜ ਹੀ ਲੈਂਦੀ ਹੈ ਨਾ, ਉਹ ਤਾਂ ਉਸ ਤੋਂ ਕੋਈ ਬਚ ਨਹੀਂ ਸਕਦਾ। ਹੋ ਗਈ। ਹਾਂ। ਅੱਛਾ ਸਵਾਮੀ ਜੀ, ਜਿਹੜੀ ਕਵੀ ਦਾ ਤੇ ਕਵਿਤਾ ਦਾ ਜਿਹੜਾ ਰਿਸ਼ਤਾ ਵਾ ਜੀ, ਹੈ ਨਾ, ਤੇ ਇਹਦੇ ਵਿੱਚ ਸਮਾਜ ਵੀ ਆਉਂਦਾ ਜੀ। ਸਮਾਜ ਕਵੀ ਕੋਲੋਂ ਕੀ ਚਾਹੁੰਦਾ ਤੇ ਕਵਿਤਾ ਸਮਾਜ ਕੋਲੋਂ ਕੀ ਚਾਹੁੰਦੀ, ਤੇ ਕਵੀ ਕਿੱਥੇ ਖੜਾ ਵਾ? ਦੇਖੋ, ਵਿੱਚ ਨਾ ਬਹੁਤ ਸਾਰੀਆਂ ਗੱਲਾਂ ਨੇ। ਹੁਣ ਸਮਾਜ ਕਿਹੜਾ ਸਮਾਜ, ਹੈ ਨਾ, ਅਗਰ ਤੁਸੀਂ ਵੱਡੀ ਗੱਲ ਕਰੋ ਤੇ ਸਮਾਜ ਉਹੀ ਚਾਹੁੰਦਾ ਵੀ ਜਿਹੜੇ ਸਾਡੇ ਬਣੇ ਬਣਾਏ ਪੈਟਰਨ ਨੇ, ਕਵੀ ਉਹਨਾਂ ਨੂੰ ਰੀਇਨਫੋਰਸ ਕਰੇ, ਸਾਡੀਆਂ ਰੀਤੀਆਂ, ਸਾਡੀਆਂ ਚੀਜ਼ਾਂ ਨੂੰ ਹੀ ਕਵੀ ਰੀਇਨਫੋਰਸ ਕਰੇ। ਕਵੀ ਕਰਦਾ ਵੀ ਹੈ, ਤੇ ਉੱਥੇ ਗੜਬੜ ਹੋਣ ਲੱਗਦੀ ਹੈ। ਬਾਕੀ ਕਵੀ ਕੀ ਚਾਹੁੰਦਾ ਹੈ, ਵੀ ਹਰ ਬੰਦਾ, ਕ੍ਰੀਏਟਿਵ ਬੰਦਾ ਚਾਹੁੰਦਾ ਹੈ ਕਿ ਮੈਨੂੰ ਸਮਝਿਆ ਜਾਵੇ, ਹੈ ਨਾ। ਕੋਈ ਕੁਝ ਵੀ ਲਿਖਦਾ, ਮਤਲਬ ਇਹ ਨਹੀਂ ਹੈ, ਅਗਰ ਕੋਈ ਮਾੜਾ ਵੀ ਲਿਖਦਾ, ਉਹ ਵੀ ਚਾਹੁੰਦਾ ਕਿ ਮੈਨੂੰ ਸਮਝਾਇਆ ਜਾਏ, ਹੈ ਨਾ। ਇਹ ਅਸੀਂ ਆਪਣੇ ਆਪ ਨੂੰ ਖੋਲ੍ਹਣ ਦਾ ਤਰੀਕਾ ਹੈ। ਤੁਸੀਂ ਕਾਗਜ਼ ਰਾਹੀਂ ਖੋਲ੍ਹਦੇ ਹੋ, ਤੁਸੀਂ ਕਵਿਤਾ ਲਿਖ ਕੇ ਬਹੁਤ ਸੂਖਮ ਤਰੀਕੇ ਨਾਲ, ਬਹੁਤ ਬੰਦ ਤਰੀਕੇ ਨਾਲ ਖੋਲ੍ਹਦੇ ਹੋ, ਐਵੇਂ ਤੁਸੀਂ ਆਪਣੇ ਆਪ ਨੂੰ ਪੰਕਤੀ 'ਚ ਬੰਦ ਕੀਤਾ, ਹੈ ਨਾ। ਹੁਣ ਕੋਈ ਖੋਲੇ, ਜਾਣਿਆ ਜਾਣਾ, ਠੀਕ ਹੈ ਨਾ। ਇਹ ਡਿਜ਼ਾਇਰ ਤਾਂ ਹਰ ਬੰਦੇ ਅੰਦਰ ਹੈਗੀ ਹੈ, ਜੇ ਬੱਚਾ ਹੋਵੇ, ਬਜ਼ੁਰਗ ਹੋਵੇ। ਤਾਂ ਅਸੀਂ ਆਪਣੀ ਕਵਿਤਾ ਹੇਠ ਆਪਣਾ ਨਾਂ ਲਿਖਦੇ ਹਾਂ। ਹਾਂ, ਬਿਲਕੁਲ। ਕੋਈ ਜੇ ਕਹਿ ਰਿਹਾ ਮੈਂ ਕਵਿਤਾ ਆਪਣੇ ਵਾਸਤੇ ਲਿਖਦਾ, ਝੂਠ ਬੋਲਦਾ। ਛਾਪਣ ਦੀ ਲੋੜ ਹੈਗੀ ਹੈ ਕਿ ਆਪਣੇ ਵਾਸਤੇ ਲਿਖਣਾ, ਲਿਖ ਤੇ ਜਲਾ ਦੋ, ਮਾਰ ਦੋ, ਖਤਮ ਕਰ ਦੋ, ਨਾ, ਏਦਾਂ ਨਹੀਂ ਹੁੰਦਾ। ਇਹ ਜਾਣੇ ਜਾਣ ਦੀ ਚਾਹਤ ਹੈ ਨਾ, ਹੋਰ ਸੂਖਮ ਤਰੀਕੇ ਨਾਲ, ਹੈ ਨਾ, ਹੋਰ ਮੈਂ ਕਹਾਂਗਾ ਐਕਸਟੈਂਡਡ ਤਰੀਕੇ ਨਾਲ। ਅੱਛਾ ਸਵਾਮੀ ਜੀ, ਇੱਕ ਗੱਲ ਹੋਰ ਹੈ ਜੀ। ਹੁਣ ਜਦੋਂ ਕਿ ਤੁਸੀਂ ਪੰਜਾਬੀ ਦੇ ਵਿੱਚ ਵੀ ਪੂਰਾ ਤੁਹਾਡੀ ਕਵਿਤਾ ਦਾ ਸ਼ੁਮਾਰ ਹੈ ਜੀ, ਜਿੱਦਾਂ ਪੁੰਛ ਹਲਕੇ ਦੀ ਤੁਸੀਂ ਆਪਣੀ ਗੱਲ ਕਰਦੇ ਹੋ, ਉੱਥੇ ਜਦੋਂ ਹੁਣ ਸਮਾਂ ਕਾਫੀ ਬੀਤ ਗਿਆ, ਹੁਣ ਤਾਂ ਉੱਥੇ ਸਾਰਾ ਕੁਛ ਇਦਾਂ ਦਾ ਹੋਣਾ ਨਹੀਂ ਆ, ਪਰ ਜਦੋਂ ਸੀ ਜੀ, ਜਿੱਦਾਂ ਅੱਜ ਪੰਜਾਬੀ ਦੇ ਤੁਸੀਂ ਹਰ ਸ਼ਹਿਰ 'ਚ, ਹਰ ਯੂਨੀਵਰਸਿਟੀ 'ਚ, ਹਰ ਮੁਸ਼ਾਇਰੇ 'ਚ ਤੁਸੀਂ ਜਾਂਦੇ ਆ, ਹਰ ਸੱਦੇ ਪੱਤਰ ਤੇ ਜੀ, ਤੇ ਬੜੇ ਲੋਕਾਂ ਨਾਲ ਤੁਹਾਡਾ ਵਾਹ ਵੀ ਪੈਂਦਾ ਹੋਊਗਾ ਜੀ। ਜੇ ਚੰਡੀਗੜ੍ਹ ਜਾ ਰਹੇ ਆ, ਉੱਥੇ ਹੋਰ ਆ, ਪਟਿਆਲੇ ਹੋਰ ਆ, ਅੰਮ੍ਰਿਤਸਰ ਹੋਰ ਆ, ਤੇ ਗਰੁੱਪ ਤੁਹਾਡੇ ਸਾਹਮਣੇ ਆਉਂਦੇ ਹੋਣਗੇ, ਆਪਾਂ ਵੀ ਇਕੱਠੇ ਗਏ ਆ 2-4 ਵਾਰੀ ਜਗ੍ਹਾ, ਕਿਤੇ ਉੱਥੇ ਵੀ ਮਤਲਬ ਸੀਗਾ ਕੁਛ ਇਦਾਂ ਦਾ ਗਰੁੱਪਬਾਜ਼ੀ, ਆਪਸ ਵਿੱਚ ਖਹਿਬਾਜ਼ੀ, ਲੱਤਾਂ ਖਿੱਚਣੀਆਂ, ਪਿੱਠ ਪਿੱਛੇ ਗੱਲਾਂ ਕਰਨੀਆਂ? ਪੁੰਛ ਦੇ ਵਿੱਚ ਨਾ ਏਦਾਂ ਦਾ ਮਾਹੌਲ ਨਹੀਂ ਸੀਗਾ। ਤੇ ਨਾਲ ਹੀ ਜਿਹੜਾ ਤੁਸੀਂ ਮਾਹੌਲ ਚੋਂ ਲੰਘ ਰਹੇ ਆ, ਦੇਖ ਰਹੇ ਆ, ਉਹ ਵੀ ਗੱਲ ਨਾਲ ਹੀ ਕਰਦੇ ਹੋ। ਗੱਲ ਹੈ ਕਿ ਜਦੋਂ ਤੱਕ ਕਵੀ ਕਵਿਤਾ ਨਾਲ ਹੈਗਾ, ਹੈ ਨਾ, ਜੇ ਕਵਿਤਾ ਤੋਂ ਬਾਹਰ ਨਿਕਲਾਂਗੇ ਤਾਂ ਫਿਰ ਰਾਜਨੀਤੀ ਸ਼ੁਰੂ ਹੋ ਜਾਂਦੀ ਹੈ। ਹਾਂ, ਬਿਲਕੁਲ। ਫਿਰ ਗੈਂਗ ਬਣ ਜਾਂਦੇ ਨੇ, ਫਿਰ ਗਰੁੱਪਿਜ਼ਮ ਹੁੰਦਾ, ਹੈ ਨਾ, ਫਿਰ ਬੜੀ ਸਾਰੀਆਂ ਚੀਜ਼ਾਂ ਹੋਣ ਲੱਗਦੀਆਂ। ਜੇ ਤੁਸੀਂ ਕਵਿਤਾ ਤੇ ਖੜੇ ਆ, ਗੱਲ ਮੁੱਕ ਜਾਂਦੀ ਹੈ। ਮੈਂ ਤਾਂ ਸਮਝਦਾ ਵੀ ਜਿਹਦੇ ਕੋਲ ਸ਼ਬਦ ਨਹੀਂ ਹੈਗਾ, ਜੇ ਸ਼ਬਦ ਟਿਕਣਾ ਬਾਬਾ ਸ਼ਬਦ ਨੇ, ਠੀਕ। ਹਾਂ, ਬਿਲਕੁਲ। ਜੇ ਤੁਹਾਡੇ ਸ਼ਬਦ ਵਿੱਚ ਸਾਹ ਹੈਗਾ, ਤੁਸੀਂ ਟਿਕੋਗੇ। ਜੇ ਸ਼ਬਦ ਵਿੱਚ ਸਾਹ ਨਹੀਂ ਹੈਗਾ, ਤੁਸੀਂ ਨਹੀਂ ਟਿਕ ਸਕਦੇ। ਟਿਕਣਾ ਕਵਿਤਾ ਨਹੀਂ, ਟਿਕਣਾ ਸ਼ਬਦ ਨਹੀਂ। ਇਹ ਮੈਂ ਤੁਹਾਡੀ ਗੱਲ ਹਾਂ ਬੋਲੋ, ਮੈਂ ਤੁਹਾਨੂੰ ਦੱਸਦਾ। ਬਾਕੀ ਪਤਾ ਕੀ ਹੈ,
ਜਿੱਦਾਂ ਸ਼ਬਦ ਕਮਜ਼ੋਰ ਹੈ ਨਾ ਉਹਨੂੰ ਸਿਆਸਤ ਕਰਨ ਦੀ ਲੋੜ ਪੈਂਦੀ ਹੈ ਦੇਖੋ ਸ਼ਬਦ ਹੈਗਾ ਉਹਨੂੰ ਕਈ ਲੋੜ ਸਿਆਸਤ ਦੀ ਕਵਿਤਾ ਲਿਖੀ ਹੈ ਗੱਲ ਖਤਮ ਪਾਠਕ ਹੈਗਾ ਉਹਦੇ ਕੋਲੇ ਉਹ ਕਿਸੇ ਗਰੁੱਪ ਦਾ ਨਾ ਹੋਏਗਾ ਪਰ ਪਾਠਕ ਤੇ ਹੈ ਉਹਦੇ ਕੋਲ ਨਹੀਂ ਪਰ ਵੇਖੋ ਸਵਾਮੀ ਜੀ ਮੈਂ ਤੁਹਾਡੀ ਗੱਲ ਨਾਲ ਤੇ ਮੇਰੀ ਗੱਲ ਦਾ 200% ਤੁਹਾਡਾ ਜਵਾਬ ਸਹੀ ਹੈ ਬਿਲਕੁਲ ਜੀ ਪਰ ਜੀ ਮਤਲਬ ਸਾਡੇ ਜਿਨ੍ਹਾਂ ਕੋਲ ਸ਼ਬਦ ਵੀ ਹੈਗੇ ਆ ਜੀ ਮਤਲਬ ਕਿਉਂਕਿ ਮੈਂ ਜ਼ਿਆਦਾ ਵਿਚਰਦਾ ਇੱਥੇ ਜੀ ਪਰ ਉਹ ਵੀ ਨਹੀਂ ਬਚੇ ਇਹਨਾਂ ਗੱਲਾਂ ਤੋਂ ਮਤਲਬ ਬੜਾ ਇਹ ਦੁੱਖ ਭਰਿਆ ਸਾਰਾ ਕੁਝ ਮਤਲਬ ਹੋ ਸਕਦਾ ਮੈਂ ਵੀ ਉਹਨਾਂ ਦੇ ਵਿੱਚ ਆਉਂਦਾ ਹੋਵਾਂ ਪਰ ਫਿਰ ਸਰ ਮੈਂ ਇਸ ਨੂੰ ਇਸ ਤਰ੍ਹਾਂ ਲਵਾਂਗਾ ਵੀ ਜਿਸ ਦੁਆਲੇ ਜਿਹੜਾ ਮੇਰਾ ਇਲਾਕਾ ਹੈ ਨਾ ਮੇਰਾ ਜਿਹੜਾ ਆਲਾ ਦੁਆਲਾ ਉਹਦੇ ਵਿੱਚ ਐਦਾਂ ਨਹੀਂ ਸੀਗਾ ਹੈ ਨਾ ਤੇ ਮੈਂ ਉਹਦਾ ਨਹੀਂ ਸਿੱਖਿਆ ਮੈਨੂੰ ਇਹ ਵੀ ਕਹਿ ਸਕਦਾ ਵੀ ਫਿਰ ਸਿੱਖਦੇ ਨੇ ਜਿਹੜਾ ਅੱਜ ਤੁਸੀਂ ਅਗਰ ਇੱਕ ਬੱਚਾ ਕਵਿਤਾ ਲਿਖ ਰਿਹਾ ਹੈ ਉਹ ਜਾ ਰਿਹਾ ਦੇਖਦਾ ਯਾਰ ਇਹ ਤਾਂ ਸਾਰੀਆਂ ਢਾਣੀਆਂ ਬਣੀਆਂ ਹੋਈਆਂ ਨੇ ਹੈ ਨਾ ਇਹ ਅਲੱਗ-ਅਲੱਗ ਗੈਂਗ ਨੇ ਤੇ ਉਹ ਵੀ ਸ਼ਾਮਲ ਹੋ ਜਾਏਗਾ ਉਹਨੂੰ ਪਤਾ ਵੀ ਨਹੀਂ ਲੱਗੇਗਾ ਕਿ ਮੈਂ ਕੀ ਕਰ ਗਿਆ ਐਦਾਂ ਹੋ ਸਕਦਾ ਮੈਨੂੰ ਇਹ ਗੱਲ ਮੰਨ ਸਕਦਾ ਅੱਛਾ ਆਪਾਂ ਨਾ ਤੁਹਾਡੀ ਕਵਿਤਾ ਦੀ ਆਪਾਂ ਗੱਲ ਕਰਦੇ ਹਾਂ ਜੀ ਪਹਾੜਾਂ ਦਾ ਬਹੁਤ ਜ਼ਿਕਰ ਜੀ ਪਿੰਡੂ ਧਰਤਲ ਦਾ ਜਿਹੜਾ ਰਹਿਤਲ ਪਿੰਡੂ ਆ ਤੁਹਾਡੀ ਕਵਿਤਾ 'ਚ ਮਿੱਟੀ ਦੀ ਬੜੀ ਖੁਸ਼ਬੂ ਆਉਂਦੀ ਹੈ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਤੇ ਪਹਾੜੀ ਝਰਨਿਆਂ ਦਾ ਛੋਟੀਆਂ ਗੱਲਾਂ ਤੇ ਬੜੀਆਂ ਵੱਡੀਆਂ ਕਵਿਤਾ ਤੁਸੀਂ ਕਹੀਆਂ ਮੁੱਖ ਧਾਰਾ ਦੇ ਕਵੀ ਆ ਜੀ ਉਹਨਾਂ ਵਿੱਚ ਤੁਹਾਡਾ ਨਾਮ ਬਿਲਕੁਲ ਬਕਾਇਦਾ ਤੌਰ ਤੇ ਆਉਂਦਾ ਔਰ ਤੁਹਾਨੂੰ ਹਰ ਥਾਂ ਤੋਂ ਸੱਦੇ ਵੀ ਹੁੰਦੇ ਤੁਸੀਂ ਹਰ ਤਰ੍ਹਾਂ ਹਰ ਜਗ੍ਹਾ ਤੇ ਜਾਂਦੇ ਵੀ ਆ ਤੇ ਉਹ ਜਿਹੜਾ ਸਫ਼ਰ ਮਤਲਬ ਇੰਨਾ ਸਫ਼ਰ ਤੁਸੀਂ ਇੰਨੀ ਜਲਦੀ ਤੈਅ ਕੀਤਾ ਜੀ ਠੀਕ ਹੈ ਨਾ ਤੇ ਇਹਦੇ ਬਾਰੇ ਤੁਸੀਂ ਕਿਹੜੀਆਂ ਮੁਸ਼ਕਲਾਂ ਚੋਂ ਵੀ ਲੰਘਣਾ ਪਿਆ ਜਿੱਦਾਂ ਚਿਮਚਾਗਿਰੀ ਕਰਦੇ ਆ ਕੋਈ ਇਦਾਂ ਦੀ ਪਹੁੰਚ ਕੀਤੀ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਸਾਰਾ ਕੁਝ ਦੇਖੋ ਮੈਨੂੰ ਨਾ ਕੋਈ ਮੁਸ਼ਕਿਲ ਨਹੀਂ ਹੈ ਬਿਲਕੁਲ ਮੁਸ਼ਕਿਲ ਨਹੀਂ ਹੈ ਮੈਂ ਤੁਹਾਨੂੰ ਕਮਾਲ ਦੀ ਗੱਲ ਦੱਸਾਂ ਯੋਗਰਾਜ ਹੋਰੀ ਜੰਮੂ ਗਏ ਬਾਈਬਾ ਲੈਣ ਵਾਸਤੇ ਤੇ ਅਸੀਂ ਚਨਾਹ ਦੇ ਕੰਢੇ ਬੈਠੇ ਸੀਗੇ ਮੈਂ ਬਲਜਿੰਦਰ ਨਸਰਾਲੀ ਤੇ ਯੋਗਰਾਜ ਠੀਕ ਹੈ ਤੇ ਨਾ ਮੈਂ ਯੋਗਰਾਜ ਹੋਰੀ ਨੂੰ ਆਪਣੀ ਕਵਿਤਾ ਸੁਣਾਈ ਉਹਨਾਂ ਮੇਰੇ ਤੋਂ 8 9 10 ਕਵਿਤਾ ਸੁਣੀਆਂ ਕਹਿੰਦੇ ਸਵਾਮੀ ਤੂੰ ਮੇਰੀ ਇੱਕ ਗੱਲ ਸੁਣ ਲੈ ਤੇਰੀ ਕਵਿਤਾ ਨੇ ਤੈਨੂੰ ਟਿਕਣ ਨਹੀਂ ਦੇਣਾ ਤੂੰ ਲਖਨਪੁਰ ਟੱਪਣਾ ਹੀ ਟੱਪਣਾ ਹੈਗਾ ਠੀਕ ਹੈ ਬਈ ਇਹ ਮੈਂ ਕਹਿੰਦਾ ਮੈਂ ਪੇਸ਼ੈਂਟ ਗੋਈ ਕਰ ਰਿਹਾ ਤੂੰ ਲਖਨਪੁਰ ਟੱਪਣਾ ਔਰ ਤੂੰ ਬਹੁਤ ਆਰਾਮ ਨਾਲ ਤੂੰ ਆਏਗਾ ਤੈਨੂੰ ਕੋਈ ਔਖ ਨਹੀਂ ਹੈਗੀ ਏਦਾਂ ਹੀ ਹੋਇਆ ਹੈ ਨਾ ਤੂੰ ਦੱਸਾਂ ਪਹਿਲਾ ਪ੍ਰੋਗਰਾਮ ਆਤਮਜੀਤ ਜੰਮੂ ਗਏ ਸੀਗੇ ਉਹਨਾਂ ਸਾਨੂੰ ਸੁਣਿਆ ਉਹਨਾਂ ਨੇ ਫਿਰ ਚੰਡੀਗੜ੍ਹ ਨਾਲ ਆਰਟਸ ਕਾਉਂਸਲ ਦੇ ਵਿੱਚ ਕਰਵਾਇਆ ਪਹਿਲਾ ਕਵੀ ਦਰਬਾਰ ਜੰਮੂ ਕਸ਼ਮੀਰ ਦੀ ਕਵਿਤਾ ਦਾ ਠੀਕ ਹੈ ਬਸ ਫਿਰ ਉਸ ਤੋਂ ਬਾਅਦ ਮੈਂ ਲੱਗੀ ਫਿਰ ਅੱਗੇ ਨਾ ਫਿਰ ਮੈਂ ਫਾਜ਼ਿਲਕਾ ਵਾਲੇ ਦੋਸਤ ਨੂੰ ਬੁਲਾਇਆ ਲੁਧਿਆਣਾ ਮਤਲਬ ਮੁਕੇਸ਼ ਆਲਮ ਹੋਰੀ ਬਾਕੀ ਇਸ ਤੋਂ ਬਾਅਦ ਸ਼ਬਦ ਨੇ ਤੁਰਨਾ ਹੁੰਦਾ ਬੰਦੇ ਨੇ ਨਹੀਂ ਤੁਰਨਾ ਹੁੰਦਾ ਅੱਛਾ ਸਵਾਮੀ ਜੀ ਇੱਕ ਗੱਲ ਹੋਰ ਆ ਕਿ ਕਿਉਂਕਿ ਹੁਣ ਤੁਹਾਡਾ ਕਵਿਤਾ ਦੇ ਨਾਲ ਬੜਾ ਹਰ ਭਾਸ਼ਾ ਦੀ ਕਵਿਤਾ ਨਾਲ ਤਿੰਨਾਂ ਭਾਸ਼ਾਵਾਂ ਜਦੋਂ ਤੁਸੀਂ ਨਿਕਲ ਰਹੇ ਆ ਜੀ ਮੇਰਾ ਸਵਾਲ ਇਹ ਆ ਕਿ ਤੁਸੀਂ ਜਿਹੜੀ ਕਵਿਤਾ ਲਿਖ ਰਹੇ ਜੀ ਜਾਂ ਜਿਹੜੀ ਕਵਿਤਾ ਤੁਸੀਂ ਪੜ੍ਹ ਰਹੇ ਜੀ ਤੇ ਤੁਹਾਡੀ ਨਜ਼ਰ 'ਚ ਕਵਿਤਾ ਨੂੰ ਕਿਹੋ ਜਿਹਾ ਹੋਣਾ ਚਾਹੀਦਾ ਤੇ ਕੀ ਜਿਹੜੇ ਸਾਡੇ ਕਵੀ ਅੱਜ ਦੇ ਯੁੱਗ 'ਚ ਹੈਗੇ ਆ ਜੀ ਇਸ ਸਾਡੇ ਸਮਕਾਲੀ ਆ ਜੀ ਉਹ ਉਹੋ ਜਿਹੀ ਕਵਿਤਾ ਲਿਖ ਰਹੇ ਆ ਇਹ ਦੇਖੋ ਸਮਕਾਲੀਆਂ 'ਚ ਬਹੁਤ ਸੋਹਣੀ ਕਵਿਤਾ ਲਿਖਣ ਵਾਲੇ ਹੈਗੇ ਮਸਲਨ ਹੈ ਨਾ ਤੁਸੀਂ ਤਨਵੀਰ ਨੂੰ ਲੈ ਲਓ ਮੈਂ ਆਪਣੇ ਸਮਕਾਲੀ ਨੂੰ ਕਹੂੰਗਾ ਅੰਬਰੀਸ਼ ਹੋਰੀ ਹੈਗੇ ਅੰਬਰੀਸ਼ ਹੋਰੀ ਹੈਗੇ ਹੈ ਨਾ ਵਧੀਆ ਕਵਿਤਾ ਕਰਦੇ ਨੇ ਪ੍ਰੀਤ ਫੈਮਿਲੀ ਹੈਗੀ ਹੈ ਵਧੀਆ ਕਵਿਤਾ ਕਰਦੇ ਨੇ ਹੈਗੇ ਨੇ ਮਤਲਬ ਸਿਮਰਤੀ ਅੱਛੀ ਕਵਿਤਾ ਸਿਮਰਤੀ ਅੱਛੀ ਠੀਕ ਹੈ ਲਿਖ ਰਹੀ ਹੈ ਇੱਕ ਨਾਮ ਭੁੱਲ ਰਹੇ ਤੁਸੀਂ ਮੇਰੇ ਹਿਸਾਬ ਨਾਲ ਜੀ ਤਾਂ ਜਿਹਨੂੰ ਕਿਤਾਬ ਦੇ ਰਹੇ ਸੀ ਆਪਾਂ ਹੁਣ ਇਹ ਜੇ ਸ਼ੇਖਰ ਦੀ ਗੱਲ ਕਰ ਰਹੇ ਹਾਂ ਸ਼ੇਖਰ ਯਾਰ ਉਹ ਤਾਂ ਪਤਾ ਕੀ ਹੈ ਉਹ ਜਿਵੇਂ ਨਾ ਘਰ ਦਾ ਬੰਦਾ ਉਹਨੂੰ ਮੈਂ ਉਹਦਾ ਕੋਲ ਸ਼ੇਖਰ ਦੀ ਸੁਣੀ ਕਵਿਤਾ ਲੱਭ ਕੇ ਪੜ੍ਹੀ ਲੈ ਮਤਲਬ ਹੈ ਨੇ ਸ਼ਿਵਦੀਪ ਕੋਲ ਹੈਗੀਆਂ ਕਵਿਤਾ ਸ਼ਿਵਦੀਪ ਕੋਲ ਕਵਿਤਾ ਹੈ ਨਾ ਗੁਰਪ੍ਰੀਤ ਹੈ ਚਲੋ ਐਵੇਂ ਮੋਨਿਕਾ ਕੁਮਾਰ ਹੈ ਹਾਂ ਮੋਨਿਕਾ ਕੁਮਾਰ ਕਿਸੇ ਦਾ ਨਾਂ ਰਹਿ ਨਾ ਜਾਵੇ ਜਾਂ ਮੈਂ ਮੇਰੇ ਗਜ਼ਲ ਵਾਲੇ ਦੋਸਤ ਨੇ ਹੈ ਨਾ ਜੋਧਾ ਹੈ ਸਾਡੇ ਕੋਲ ਗੁਰਤੇਜ ਨੇ ਵਿਜੇ ਵਿਵੇਕ ਹੋਰੀ ਨੇ ਰਵਿੰਦਰ ਮਸਰੂਰ ਹੋਰੀ ਨੇ ਜਿਹੜੇ ਨਵੇਂ ਲਿਖਣ ਵਾਲੇ ਨੇ ਜਿਹੜੇ ਹੌਲੀ ਉਮਰ ਦੇ 22 ਸਾਲ ਦੇ ਨਾ ਉਹ ਕਮਾਲ ਕਰ ਰਹੇ ਨੇ ਮੈਂ ਤੁਹਾਡੀ ਕਵਿਤਾ ਸੁਣਨੀ ਚਾਹੂੰਗਾ ਔਰ ਸਾਡੇ ਪਾਠਕ
ਦਰਸ਼ਕ ਵੀ ਸੁਣਨਾ ਚਾਹੁੰਗੇ। ਮੈਂ ਤੁਹਾਨੂੰ ਇੱਕ ਨਹੀਂ ਨਿੱਕੀਆਂ ਦੋ ਸੁਣਾਉਂਗਾ। ਹਾਂ। ਕਿਤਾਬਾਂ ਝੂਠ ਬੋਲਦੀਆਂ ਹਨ। ਸਮੁੰਦਰ ਦੀ ਸਿਆਹੀ ਨਾਲ, ਜੰਗਲਾਂ ਦੀ ਕਲਮ ਘੜ ਕੇ, ਧਰਤੀ ਨੂੰ ਕਾਗਜ਼ ਕਰਕੇ ਲਿਖੀ ਕਿਤਾਬ ਮੈਂ ਕਿਤੇ ਨਹੀਂ ਡਿੱਠੀ। ਸਮੁੰਦਰ ਦੀ ਸਿਆਹੀ ਨਾਲ, ਜੰਗਲਾਂ ਦੀ ਕਲਮ ਘੜ ਕੇ, ਧਰਤੀ ਨੂੰ ਕਾਗਜ਼ ਕਰਕੇ ਲਿਖੀ ਕਿਤਾਬ ਮੈਂ ਕਿਤੇ ਨਹੀਂ ਡਿੱਠੀ। ਕਿਤਾਬਾਂ ਝੂਠ ਬੋਲਦੀਆਂ ਹਨ। ਮੈਂ ਜਿਸ ਕੁੜੀ ਨੂੰ ਪਿਆਰ ਕਰਦਾ ਹਾਂ ਉਸ ਦਾ ਨਾਂ ਕਿਸੇ ਕਿਤਾਬ ਵਿੱਚ ਨਹੀਂ ਹੈ। ਮੈਂ ਜਿਸ ਕੁੜੀ ਨੂੰ ਪਿਆਰ ਕਰਦਾ ਹਾਂ ਉਸ ਦਾ ਨਾਂ ਕਿਸੇ ਕਿਤਾਬ ਵਿੱਚ ਨਹੀਂ ਹੈ। ਇੱਕ ਹੋਰ ਜੜ੍ਹਾਂ ਵਾਲਾ ਬਾਬਾ ਕੁਲਵੰਤ ਸਿੰਘ ਵਿਰਕ ਦਾ ਧਿਆਨ ਧਰਦੇ ਹਾਂ। ਕੁਲਵੰਤ ਸਿੰਘ ਵਿਰਕ ਦਾ ਧਿਆਨ ਧਰਦੇ ਹਾਂ। 47 ਵੇਲੇ ਲੀਕ ਟੱਪ ਆਇਆ ਜੋਧ ਸਿੰਘ, ਉਮਰ ਭਰ ਯੁੱਧ ਤੋਂ ਡਰਦਾ ਰਿਹਾ, ਕੱਪੜੇ ਦਾ ਵਪਾਰ ਕਰਦਾ ਰਿਹਾ। 47 ਵੇਲੇ ਲੀਕ ਟੱਪ ਆਇਆ ਜੋਧ ਸਿੰਘ, ਉਮਰ ਭਰ ਯੁੱਧ ਤੋਂ ਡਰਦਾ ਰਿਹਾ, ਕੱਪੜੇ ਦਾ ਵਪਾਰ ਕਰਦਾ ਰਿਹਾ। ਟੀਰ ਟੱਬਰ ਪਾਲਦਾ, ਲੁਕੜੀ ਸੁਕੜੀ ਜੋੜਦਾ, ਹੱਡ ਬਾਲਦਾ ਜੋਧ ਸਿੰਘ। ਟੀਰ ਟੱਬਰ ਪਾਲਦਾ, ਲੁਕੜੀ ਸੁਕੜੀ ਜੋੜਦਾ, ਹੱਡ ਬਾਲਦਾ ਜੋਧ ਸਿੰਘ। ਹੁਣ ਖਿਚਵੇਂ ਸਾਹਾਂ ਦਾ ਸਵਾਰ, ਕਿਰਤ ਭੋਇੰ ਤੋਂ ਇਨਕਾਰ, ਜਾਣਾ ਚਾਹੁੰਦਾ ਲਕੀਰੋਂ ਪਾਰ। ਅਖੇ ਇਹ ਭੋਇੰ ਉਸਦੀ ਨਹੀਂ, ਅਖੇ ਇਹ ਭੋਇੰ ਉਸਦੀ ਨਹੀਂ, ਇਹ ਦੇਸ਼ ਉਸਦਾ ਨਹੀਂ। ਇੱਥੋਂ ਦੇ ਪਾਣੀਆਂ ਵਿੱਚ ਉਸਦੇ ਬੀਤੇ ਸੁਪਨੇ ਦੀ ਕਿਸੇ ਆਪਣੇ ਦੀ ਰਾਖ ਮਿਲੀ ਹੋਈ ਨਹੀਂ ਹੈ। ਇੱਥੋਂ ਦੇ ਪਾਣੀਆਂ ਵਿੱਚ ਉਸਦੇ ਬੀਤੇ ਸੁਪਨੇ ਦੀ ਕਿਸੇ ਆਪਣੇ ਦੀ ਰਾਖ ਮਿਲੀ ਹੋਈ ਨਹੀਂ ਹੈ। ਬਾਰਡਰ ਦਾ ਕੀ ਬਾਣਾ ਹੈ, ਬਾਰਡਰ ਦਾ ਕੀ ਬਾਣਾ ਹੈ, ਨੀਤ ਸੁੱਚੀ ਹੈ ਕਰ ਜਾਣਾ ਹੈ। ਪੋਤਰਾ ਆਖਦਾ ਹੋਲੀ ਭਖਦਾ, ਪੋਤਰਾ ਆਖਦਾ ਹੋਲੀ ਭਖਦਾ, ਬਾਬਾ ਸਾਰੇ ਹੀ ਬੇਘਰੇ ਆ ਬੇਜੜੇ ਆ। ਬਾਬਾ ਸਾਰੇ ਹੀ ਬੇਘਰੇ ਆ ਬੇਜੜੇ ਆ। ਜੇ ਤੂੰ ਇੱਥੇ ਦੇ ਪਾਣੀਆਂ ਵਿੱਚ ਮਿਲ ਜਾਵੇਂਗਾ ਜੜ ਲਾਵੇਂਗਾ, ਜੇ ਤੂੰ ਇੱਥੇ ਦੇ ਪਾਣੀਆਂ ਵਿੱਚ ਮਿਲ ਜਾਵੇਂਗਾ ਜੜ ਲਾਵੇਂਗਾ। ਤੇਰੀ ਮਰਜ਼ੀ ਆਖਦਾ ਬਾਬਾ, ਹੋਲੀ ਜਿਹੀ ਹਿਲਿਆ ਜੜਾ ਲਮਿਆਰਦਾ। ਓਪਰੇ ਦੇਸ ਨਵੀਂ ਮਿੱਟੀ ਨਵੇਂ ਪਾਣੀ ਵਿੱਚ ਜਾ ਰਲਿਆ, ਓਪਰੇ ਦੇਸ ਨਵੀਂ ਮਿੱਟੀ ਨਵੇਂ ਪਾਣੀ ਵਿੱਚ ਜਾ ਰਲਿਆ। ਸਵਾਮੀ ਜੀ, ਮੈਂ ਤੁਹਾਡੀ ਕਵਿਤਾ ਬਾਰੇ, ਕਵਿਤਾ ਤੇ ਤੁਹਾਡੀ ਬੰਦੇ ਨੂੰ ਚੁੱਪ ਕਰਾ ਕੇ ਰੱਖ ਦਿੰਦੀ ਆ, ਸੁਣ ਵੀ ਕਰ ਦਿੰਦੀ ਆ। ਇਹੀ ਕਵਿਤਾ ਦਾ ਜਿਹੜਾ ਹੁੰਦਾ ਸਾਰਾ ਕੁਝ, ਕਵਿਤਾ ਦਾ ਧਰਮ ਹੁੰਦਾ। ਕਵਿਤਾ ਨੇ ਇਦਾਂ ਹੀ ਕਰਨਾ ਹੁੰਦਾ, ਚੰਗੀ ਕਵਿਤਾ ਨੇ। ਮੈਂ ਇੱਕ ਸਵਾਲ ਹੋਰ ਕਰ ਰਿਹਾ ਤੁਹਾਨੂੰ। ਤੁਹਾਡੇ ਘਰ ਦਾ ਮਾਹੌਲ ਹੈ ਜੀ, ਪਤਨੀ ਆ, ਬੱਚੇ ਆ ਜੀ, ਤੇ ਜਿੱਦਾਂ ਤੁਸੀਂ ਕਿਹਾ, ਮਤਲਬ ਪਹਿਲਾਂ ਸ਼ੁਰੂ ਦੇ ਵਿੱਚ ਵੀ ਮੈਂ ਉਹਨਾਂ ਨੂੰ ਕਹਿੰਦਾ ਸੁਣੋ ਕਵਿਤਾ ਜੀ। ਉਹਨਾਂ ਦਾ ਜਿੱਦਾਂ ਹੁੰਦਾ ਕਿ ਰਿਸ਼ਤੇ ਜੁੜੇ ਆ, ਉਹਨਾਂ ਦੀ ਕਵਿਤਾ ਤੁਹਾਡੇ ਸੁਣਨੀ ਮਜਬੂਰੀ ਹੋ ਜਾਂਦੀ ਆ ਕਿ ਪਿਆਰ ਮਿਲਦਾ ਇੰਨਾ ਜ਼ਿਆਦਾ ਕਿ ਤੁਸੀਂ ਕਵਿਤਾ ਵੱਲ ਹੋਰ ਸਰਕਦੇ ਆ, ਹੋਰ ਕਵਿਤਾ ਲਿਖਦੇ ਆ। ਮੇਰਾ ਕਹਿਣ ਦਾ ਮਤਲਬ ਘਰ ਦਾ ਮਾਹੌਲ ਕਿੱਦਾਂ ਤੁਹਾਡੀ ਕਵਿਤਾ ਨੂੰ ਲੈ ਕੇ? ਤੁਸੀਂ ਮਤਲਬ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਮੈਂ ਬਹੁਤ ਘੱਟ ਕਵੀ ਦਰਬਾਰ ਹੋਣਗੇ ਜਾਂ ਮਹਿਫਲਾਂ ਹੋਣ ਜਾਂ ਮੈਂ ਇਕੱਲਾ ਜਾਂਦਾ ਹੋਵਾਂ। ਜੇ ਘਰ ਦੇ ਨੂੰ ਛੁੱਟੀ ਮਿਲਦੀ ਤਾਂ ਨਾਲ ਚੱਲਦੇ ਨੇ। ਠੀਕ, ਜੇ ਅਸੀਂ ਕਵਿਤਾ ਜੇ ਮੁਸ਼ਾਇਰਾ ਸੁਣਨ ਬੈਠਦੇ ਆ, ਅਸੀਂ ਸੁਣਨ ਵੀ ਆਉਂਦੇ ਆ, ਇਹ ਨਹੀਂ ਹੈਗਾ। ਅਸੀਂ ਜੰਮੂ ਤੋਂ ਮੁਸ਼ਾਇਰਾ ਸੁਣਨ ਵਾਸਤੇ ਫਾਜ਼ਿਲਕਾ ਜਾਂਦੇ ਆ। ਠੀਕ ਹੈ, ਬਹੁਤ ਵਧੀਆ ਮੁਸ਼ਾਇਰਾ ਹੁੰਦਾ। ਲੁਧਿਆਣਾ ਆਉਂਦੇ ਆ, ਉਹ ਇਕੱਠੇ ਆਉਂਦੇ ਆ, ਅਸੀਂ ਇਕੱਠੇ ਬੈਠ ਕੇ ਸੁਣਦੇ ਆ, ਹੈ ਨਾ, ਦਾਤ ਦਿੰਦੇ ਆ। ਕਵਿਤਾ ਨੇ ਸਾਨੂੰ ਬਹੁਤ ਨਾ ਮਤਲਬ ਜੋੜਿਆ ਹੋਇਆ। ਬੇਟੀ ਮੇਰੀ ਕੋਲ ਪਰਖੂ ਅੱਖ ਹੈ, ਸਮਝ ਹੈ, ਮਤਲਬ ਉਹਨੂੰ ਵੀ ਚੰਗੀ ਕਵਿਤਾ ਕਿੱਥੇ ਉਹ ਟੋਕਦੀ ਵੀ ਹੈਗੀ ਹੈ, ਘਰ ਦੀ ਵੀ ਟੋਕਦੀ ਹੈ, ਗੱਲ ਨਹੀਂ ਬਣ ਰਹੀ, ਚੰਗਾ ਲੱਗਦਾ। ਮਤਲਬ ਹਾਂ, ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਵੀ ਤੁਹਾਡੀ ਮਜਬੂਰੀ ਤੇ ਨਹੀਂ ਕਿਤੇ ਹੋ ਸਕਦਾ ਮੈਨੂੰ ਲੱਗਦਾ ਜੀ ਜਿੱਦਾਂ ਮਤਲਬ ਗੱਲ ਇੱਕ ਹੈ ਵੀ ਅੱਜ ਤੁਹਾਡੇ ਨਾਲ ਗੱਲਾਂ ਕਰਦੇ ਆ, ਤੁਹਾਨੂੰ ਕਵਿਤਾ ਪੜ੍ਹਦੇ ਆ, ਵੇਖਦੇ ਆ, ਮਤਲਬ ਸਵਾਮੀ ਅੰਦਰੋਂ ਵੀ ਕਵਿਤਾ ਵਾ ਤੇ ਬਾਹਰੋਂ ਵੀ ਕਵਿਤਾ ਵਾ। ਇਹ ਮੈਂ ਮਹਿਸੂਸ ਕਰਦਾ, ਤੁਹਾਡੇ ਸਾਰੇ ਦੋਸਤ ਮਹਿਸੂਸ ਕਰਦੇ ਆ ਜੀ। ਜੇ ਤੁਹਾਨੂੰ ਕਵਿਤਾ ਤੋਂ ਵੱਖ ਕਰ ਦਿੱਤਾ ਜਾਵੇ ਕਿਸੇ ਨਾ ਕਿਸੇ ਤਰ੍ਹਾਂ, ਫਿਰ ਤੁਹਾਡਾ ਕੀ ਹਾਲ ਹੋਊਗਾ? ਮੈਂ ਨਾ ਕਿਤੇ ਬੜੀ ਕਿਤੇ ਮੈਂ ਲਿਖਿਆ ਸੀਗਾ ਸ਼ਾਇਦ ਕਿ ਜੇ ਮੈਂ ਕਵੀ ਨਾ ਹੁੰਦਾ ਤਾਂ ਪੋਇਟ ਹੁੰਦਾ। ਠੀਕ, ਮੇਰੇ ਕੋਲ ਆਪਸ਼ਨ ਨਹੀਂ ਹੈਗੀ ਹੋਰ। ਜੇ ਕਵੀ ਨਾ ਹੁੰਦਾ ਤਾਂ ਪੋਇਟ ਹੁੰਦਾ, ਮੇਰੇ ਕੋਲ ਆਪਸ਼ਨ ਹੈ ਹੀ ਕੋਈ ਨਹੀਂ ਹੋਰ, ਹੈ ਨਾ। ਮੈਂ ਮਤਲਬ ਦੂਜਾ ਅਕਸਰ ਕਹਿੰਦੇ ਨੇ ਨਾ ਵੀ ਕਵਿਤਾ ਲਹੂ ਮੰਗਦੀ ਹੈ ਨਾ, ਜਿਗਰ ਦਾ ਖੂਨ ਮੰਗਦੀ ਹੈ। ਮੇਰੇ ਲਈ ਤਾਂ ਕਵਿਤਾ ਆਦਮ ਖੁਰ ਕਿਤੇ ਵੀ ਨਹੀਂ ਹੈ। ਠੀਕ, ਉਹ ਤਾਂ ਮੇਰੀ ਮਹਾ ਭੈਣ ਵਰਗੀ, ਮਹਿਬੂਬਾ ਵਰਗੀ ਹੈ, ਤਾਂ ਉਹ ਤਾਂ ਮੈਨੂੰ ਤੋੜਦੀ ਹੈ, ਮੈਨੂੰ ਖਿਡਾਉਂਦੀ ਹੈ।
ਹਾਂ ਸਵਾਮੀ ਜੀ, ਜਿੱਦਾਂ ਹੁਣ ਪਿਛਲੇ 1 ਸਾਲ ਤੋਂ ਵੱਧ ਸਮਾਂ ਬੀਤ ਗਿਆ ਜੀ ਕਿਸਾਨ ਸੰਘਰਸ਼ ਜੀ। ਕਿੱਦਾਂ ਆਪਣਾ ਸਾਰੀ ਦੁਨੀਆ ਲਾ ਕੇ ਉਹਨੇ ਰੱਖ ਜੀ। ਦਿੱਤੀ। ਤੁਹਾਡੀਆਂ ਕਵਿਤਾਵਾਂ ਵੀ ਜੀ ਉਹਦੇ ਤੇ ਮੈਂ ਪੜ੍ਹੀਆਂ ਉਸ ਜੀ। ਮੂਵਮੈਂਟ ਤੇ। ਜੀ ਇਹਦੇ ਬਾਰੇ ਹੈ ਤਾਂ ਬੜਾ ਸਿਆਸੀ ਜਿਹਾ ਹੈ ਸਾਰਾ ਕੁਝ, ਬੜੀਆਂ ਚਾਲਾਂ ਖੇਡੀਆਂ ਜਾ ਰਹੀਆਂ ਔਰ ਅੱਜ ਵੀ ਖੇਡੀਆਂ ਜਾ ਰਹੀਆਂ ਜੀ। ਇਹਦੇ ਬਾਰੇ ਤੁਹਾਡੀਆਂ ਕਵਿਤਾ ਵੀ ਮੈਂ ਪੜ੍ਹੀਆਂ ਜੀ। ਸੋਸ਼ਲ ਮੀਡੀਆ ਤੇ। ਜੀ ਕੀ ਕਹਿਣਾ ਚਾਹੋਗੇ ਮਤਲਬ ਇਸ ਸਾਰੇ ਸਿਸਟਮ ਬਾਰੇ? ਇੱਕ ਕਵੀ ਕਿੱਦਾਂ ਦੇਖਦਾ ਇਸ ਸਾਰੇ ਕੁਝ ਨੂੰ? ਇੱਕ ਕਵਿਤਾ ਨਾ ਮਤਲਬ ਬਈ ਕਵਿਤਾ ਦੀ ਕੁਝ ਪੰਕਤੀਆਂ ਹੈਗੀਆਂ, 2-3 ਪੰਕਤੀਆਂ ਨੇ। ਉਹ ਉੱਥੇ ਵੀ ਹੈ ਨਾ ਕੁਝ ਸਟੂਡੈਂਟਸ ਨੇ, ਕੁਝ ਵਲੰਟੀਅਰਸ ਨੇ ਬੋਰਡ ਬਣਾ ਕੇ ਵੀ ਨਾ ਤੇ ਉਹ ਮਤਲਬ ਲਗਾਇਆ ਹੋਇਆ ਸੀ ਸਿੰਘੋ ਬਾਰਡਰ ਤੇ ਵੀ ਨਾ, ਹੱਟੀ ਤੋਂ ਕਿਰਸਾਨੀ ਤੱਕ 4 ਉਦਾਸੀਆਂ ਦਾ ਵਕਫਾ ਹੈ। ਹੱਟੀ ਤੋਂ ਕਿਰਸਾਨੀ ਤੱਕ 4 ਉਦਾਸੀਆਂ ਦਾ ਵਕਫਾ ਹੈ, ਛੇਤੀ ਕਦੋਂ ਮੁੜੇ ਹਾਂ ਅਸੀਂ, ਹੈ ਨਾ। ਇਹ ਤਿਆਰ ਹੋ ਕੇ ਗਏ ਹੋਏ ਨੇ, ਛੇਤੀ ਨਹੀਂ ਮੁੜਦੇ ਜੀ, ਹੈ ਨਾ। ਕਿਸਾਨ ਹਾਰਦਾ ਨਹੀਂ ਹੈ, ਪੱਕੀ ਗੱਲ ਹੈ ਨਾ। ਉਹਨੂੰ ਅਸੀਂ ਲੋਕ ਉਹਨੂੰ ਅਸੀਂ ਅਸੈਸ ਨਹੀਂ ਕਰ ਪਾਉਂਦੇ, ਤੇ ਸਹੀ ਅੰਦਾਜ਼ਾ ਨਹੀਂ ਲਾ ਪਾਉਂਦੇ। ਉਹ ਮਿੱਟੀ ਦਾ ਬੰਦਾ ਹੈਗਾ, ਉਹ ਹਾਰਦਾ ਨਹੀਂ ਹੈ। ਪੰਜਾਬੀ ਵਿੱਚ ਆਲੋਚਨਾ ਹੋ ਰਹੀ ਹੈ ਇਸ ਵੇਲੇ, ਜੀ ਹੈ ਨਾ, ਕਵਿਤਾ ਦੇ ਉੱਤੇ। ਜੀ। ਤੇ ਕਵੀ ਚਾਹੁੰਦਾ ਵੀ ਹੁੰਦਾ ਵਾ ਕਿ ਮੇਰੀ ਗੱਲਬਾਤ ਹੋਵੇ, ਜਿੱਦਾਂ ਤੁਸੀਂ ਕਹਿੰਦੇ ਵੀ ਜੇ ਆਪਣੇ ਵਾਸਤੇ ਲਿਖੀ ਹੈ ਤੇ ਪਾੜ ਕੇ ਸੁੱਟ ਦਿਓ, ਜੀ। ਆਪਣਾ ਨਾਮ ਕਿਹੜੀ ਗੱਲੋਂ ਲਿਖਦੇ ਆ। ਇਸ ਆਲੋਚਨਾ ਤੋਂ ਤੁਸੀਂ ਕਿੰਨਾ ਕੁ ਸੰਤੁਸ਼ਟ ਜੀ? ਦੇਖੋ, ਕਵਿਤਾ ਦੀ ਆਲੋਚਨਾ ਮਤਲਬ ਉਸ ਪੱਧਰ ਦੀ ਨਹੀਂ ਹੈਗੀ ਹੈ। ਆਪਣੀ ਆਪਣੀ ਥਾਂ ਤੇ ਸਾਰੇ ਕੰਮ ਕਰ ਰਹੇ ਨੇ, ਪਰ ਇੱਕ ਸ਼ਾਇਦ ਇਹ ਮੇਰੀ ਸਮਝ ਦੀ ਘਾਟ ਹੈ ਨਾ, ਇੱਕ ਯੂਨੀਫਾਈਡ ਜਾਂ ਕੋਈ ਉਹ ਨਹੀਂ ਲੱਗਦਾ, ਮਾਡਲ ਨਹੀਂ ਲੱਗਦਾ ਸਾਨੂੰ ਨਾ। ਅਭਿਨਵ ਗੁਪਤ ਦਾ ਤੁਸੀਂ ਦੇਖੋ, ਜੋ ਉਹਨੇ ਨਾਟਯ ਸ਼ਾਸਤਰ ਦੀ ਵਿਆਖਿਆ ਕੀਤੀ ਹੈ, ਉਹ ਕਮਾਲ ਦਾ ਕੰਮ ਹੈ। ਉਹ ਸ਼ਾਇਦ ਸਾਡੇ ਕੋਲ ਅਵੇਲੇਬਲ ਵੀ ਨਹੀਂ ਹੈਗਾ ਨਾ, ਸੰਸਕ੍ਰਿਤ ਜਾਂ ਅੰਗਰੇਜ਼ੀ 'ਚ ਹੋਣਾ। ਇਸ ਤਰ੍ਹਾਂ ਦੀ ਬਹੁਤ ਸਾਰੀਆਂ ਚੀਜ਼ਾਂ ਨੇ। ਮੈਂ ਤਾਂ ਕਹਿੰਦਾ ਸਿਆਣਾ ਬੰਦਾ ਨਹੀਂ ਹੈਗਾ, ਪਰ ਇਹ ਹੈ ਕਿ ਚੀਜ਼ਾਂ ਨੂੰ ਇੱਕ ਸਮਗਰ ਰੂਪ ਵਿੱਚ ਦੇਖਣ ਦੀ ਲੋੜ ਹੈਗੀ ਹੈ, ਮੈਨੂੰ ਲੱਗਦਾ। ਇਸ ਤਰ੍ਹਾਂ ਵੀ ਤੇ ਤੁਸੀਂ ਇਸ ਗੱਲ ਦਾ ਕਿੰਨਾ ਕੁ ਸਹਿਮਤ ਹੋ ਵੀ ਜੇ ਮੇਰੀ ਪਹੁੰਚ ਹੈਗੀ ਆ ਜੀ ਤੇ ਮੇਰੀ ਆਲੋਚਨਾ ਤੇ ਮੇਰੀ ਵਾਹ ਵੀ ਹੋ ਰਹੀ ਆ, ਜੇ ਨਹੀਂ ਹੈਗੀ ਤੇ ਨਹੀਂ ਹੋ ਰਹੀ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਇਹ ਤਾਂ ਸ਼ੁਰੂ ਤੋਂ ਰਿਹਾ, ਐਸਾ ਤੇ ਮਾਹੌਲ ਸ਼ੁਰੂ ਤੋਂ ਰਿਹਾ। ਤੁਹਾਨੂੰ ਮਾੜੇ ਤੋਂ ਮਾੜਾ ਕਵੀ ਮਿਲੇਗਾ ਜਿਹਨੂੰ ਮਤਲਬ ਜੇ ਉਹੀ ਸ਼ੇਰ ਅਗਰ ਕਹਿੰਦਾ ਕੋ ਹੁੰਦਾ, ਕਵੀ ਕਹੇਗਾ ਮਾੜਾ ਸ਼ੇਰ ਕਹੇਗਾ, ਲੋਕ ਵਾਵਾ ਕਰਨਗੇ, ਹੈ ਨਾ। ਉਹ ਨਾ ਪਿੱਛੇ ਨਾ ਲੱਗਿਆ ਹੁੰਦਾ, ਟੈਗ ਲੱਗਾ ਹੋਇਆ ਹੈ। ਅਗਰ ਉਹੀ ਸ਼ੇਰ ਵਿਚਾਰਾ ਮਾੜਾ ਬੰਦਾ ਕਹੇਗਾ ਜਾਂ ਉਸ ਤੋਂ ਅੱਛਾ ਵੀ ਕਹੇਗਾ, ਉਹਨੂੰ ਕਿਸੇ ਨੇ ਪੁੱਛਣਾ। ਇਹ ਜਿਹੜੀ ਅਸੀਂ ਹੀਰੋ ਵਰਸ਼ਿਪ ਹੈਗੀ ਹੈ ਨਾ, ਅਸੀਂ ਆਈਕਨ ਬਣਾਉਂਦੇ ਆ, ਫਿਰ ਉਹਨਾਂ ਨੂੰ ਪੂਜਣ ਲੱਗ ਪੈਂਦੇ ਆ, ਫਿਰ ਉਹਨੂੰ ਸਟਾਰ ਬਣਾ ਲੈਂਦੇ ਆ। ਉਹ ਮਸਲੇ ਹੈਗੇ ਆ। ਅੱਛਾ ਸਵਾਮੀ ਜੀ, ਇੱਕ ਗੱਲ ਹੈ, ਆਪਾਂ ਕਵਿਤਾ ਬਾਰੇ, ਜ਼ਿੰਦਗੀ ਬਾਰੇ, ਮੁਹੱਬਤ ਬਾਰੇ ਆਪਾਂ ਸਾਰੀਆਂ ਗੱਲਾਂ ਕਰ ਲਈਆਂ। ਕਿਸੇ ਵੇਲੇ ਜਦੋਂ ਕੋਈ ਗੱਲ ਕਰਨ ਚੱਲ ਰਹੀ ਹੁੰਦੀ ਆ, ਜਿਹਨੂੰ ਸਵਾਲ ਪੁੱਛੇ ਜਾ ਰਹੇ ਆ, ਜਿਵੇਂ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ, ਤੇ ਕਿਸੇ ਵੇਲੇ ਮਨ 'ਚ ਇਹ ਵੀ ਆਉਂਦਾ ਵੀ ਯਾਰ ਆਹ ਗੱਲ ਤੇ ਮੈਨੂੰ ਇਹ ਪੁੱਛ ਹੀ ਨਹੀਂ ਰਿਹਾ, ਕੋਈ ਇਦਾਂ ਦੀ ਗੱਲ ਜਿਹੜੀ ਰਹਿ ਗਈ ਹੋਵੇ, ਮੇਰੇ ਕੋਲੋਂ ਪੁੱਛੀ ਨਾ ਗਈ ਹੋਵੇ ਤੇ ਤੁਸੀਂ ਕਰਨੀ ਚਾਹੁੰਦੇ ਆ, ਉਹ ਗੱਲ ਤੁਸੀਂ ਜ਼ਰੂਰ ਕਰੋ ਸਾਡੇ ਨਾਲ। ਮੈਨੂੰ ਨਹੀਂ ਇਦਾਂ ਲੱਗਦਾ, ਕੋਈ ਪਤਾ ਨਹੀਂ ਕੋ ਲੱਗਦਾ, ਠੀਕ ਹੈ ਕਰਨ ਜੋਗੀਆਂ ਬੇਤਵੀਂ ਮਾਰਨੀਆਂ ਨੇ, ਠੀਕ ਹੈ, ਕभी ਕਹਿੰਦੇ ਕੀ ਨਾ ਹੋਰ। ਸਵਾਮੀ ਜੀ, ਤੁਹਾਡੀ ਕਵਿਤਾ ਵਰਗੀਆਂ ਹੀ ਗੱਲਾਂ ਵਾ। ਮੈਂ ਫਿਰ ਵੀ ਚਾਹੂੰਗਾ ਕਿ ਕੋਈ ਇੱਕ ਕਵਿਤਾ ਨਾਲ ਆਪਾਂ ਇਸ ਇੰਟਰਵਿਊ ਦੀ ਗੱਲ ਖਤਮ ਕਰੀਏ। ਚਲੋ, ਬਾਰੀਆਂ। ਮੈਨੂੰ ਹਰ ਥਾਂ ਬਾਰੀਆਂ ਦਿਸਦੀਆਂ ਹਨ, ਮੈਨੂੰ ਹਰ ਥਾਂ ਬਾਰੀਆਂ ਦਿਸਦੀਆਂ ਹਨ, ਦੀਵਾਰਾਂ ਦਰਵਾਜ਼ਿਆਂ ਵਿੱਚ, ਛੱਤਾਂ ਫਰਸ਼ਾਂ ਵਿੱਚ, ਬਾਰੀਆਂ ਵਿੱਚ ਵੀ ਬਾਰੀਆਂ ਲੱਗੀਆਂ ਦਿਸਦੀਆਂ ਹਨ ਮੈਨੂੰ। ਰੁੱਖਾਂ ਵਿੱਚ ਦੀਆਂ ਬਾਰੀਆਂ ਖੋਲ੍ਹਦਾ, ਸੁਣਦਾ, ਬੋਲਦਾ, ਕਹਿਣ ਜੋਗਾ ਬਹੁਤ ਕੁਝ ਹੈ ਰੁੱਖਾਂ ਕੋਲ। ਰੁੱਖਾਂ ਵਿੱਚ ਦੀਆਂ ਬਾਰੀਆਂ ਖੋਲ੍ਹਦਾ, ਸੁਣਦਾ, ਬੋਲਦਾ, ਕਹਿਣ ਜੋਗਾ ਬਹੁਤ ਕੁਝ ਹੈ ਰੁੱਖਾਂ ਕੋਲ। ਅੱਜ ਟਮਾਟਰ ਦੀ ਬਾਰੀ ਖੋਲ, ਉਸ ਦੀ ਤਬੀਅਤ ਟਮਾਟਰੀਅਤ ਪੁੱਛੀ ਹੈ। ਅੱਜ ਟਮਾਟਰ ਦੀ ਬਾਰੀ ਖੋਲ, ਉਸ ਦੀ ਤਬੀਅਤ ਟਮਾਟਰੀਅਤ ਪੁੱਛੀ ਹੈ। ਬੰਦੂਕ ਵਿਚਲੀ ਨੇਰਾ, ਕੁਲ ਨੇਰਾ, ਸੁਣਦਾ ਵੀ ਕੁਝ ਨਹੀਂ, ਕਚਿਆਣ ਜਿਹੀ ਹੈ ਲਹੂ ਮਾਸ ਹੱਡੀਆਂ ਦੀ। ਜਦ ਲੰਗਰ ਵਿੱਚ ਖੁੱਲ੍ਹਦੀ ਬਾਰੀ ਕੋਲ ਜਾਂਦਾ ਹਾਂ, ਭੁੱਖਾ ਹੀ ਸੋ ਜਾਂਦਾ। ਜਦ ਲੰਗਰ ਵਿੱਚ ਖੁੱਲ੍ਹਦੀ ਬਾਰੀ ਕੋਲ ਜਾਂਦਾ ਹਾਂ, ਭੁੱਖਾ ਹੀ ਸੋ ਜਾਂਦਾ ਹਾਂ। ਬਿਜਲੀ ਵਾਲੀ ਖੋਲ ਟੈਸਲਾ ਨੂੰ ਮਿਲਿਆ, ਬਿਜਲੀ ਵਾਲੀ ਖੋਲ ਟੈਸਲਾ ਨੂੰ ਮਿਲਿਆ ਹਾਂ।
ਮਿੱਤਰ ਦੀ ਚੋਂ ਵਿਰੋਧ, ਦੁਸ਼ਮਣ ਵਾਲੀ ਚੋਂ ਮੌਤ, ਗਾਹਕ ਵਾਲੀ ਚੋਂ ਧੰਦਾ, ਧੰਦੇ ਵਾਲੀ ਚੋਂ ਨੋਟ। ਕਿਉਂ ਨਹੀਂ ਦਿਸਦੀਆਂ ਮਾਂ ਵਹੁਟੀ ਜਾਂ ਧੀ ਵੱਲ, ਮਨੁੱਖ ਜੀਵਨ ਖੁੱਲਦੀਆਂ ਬਾਰੀਆਂ ਮੈਨੂੰ। ਕਿਉਂ ਨਹੀਂ ਦਿਸਦੀਆਂ ਮਾਂ ਵਹੁਟੀ ਜਾਂ ਧੀ ਵੱਲ, ਮਨੁੱਖ ਜੀਵਨ ਖੁੱਲਦੀਆਂ ਬਾਰੀਆਂ ਮੈਨੂੰ। ਮੈਥੋਂ ਕਿਉਂ ਨਹੀਂ ਖੁੱਲ ਰਹੀ ਸ਼ਬਦ ਵਿਚਲੀ ਬਾਰੀ, ਮੈਥੋਂ ਕਿਉਂ ਨਹੀਂ ਖੁੱਲ ਵਾਹ। ਰਹੀ ਸ਼ਬਦ ਵਿਚਲੀ ਬਾਰੀ। ਸਵਾਮੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਹਾਡੀਆਂ ਕਵਿਤਾ ਨਾਲ ਸਰਾਸਰ ਹੋਏ ਅਸੀਂ, ਸਾਡੇ ਦਰਸ਼ਕ, ਸਾਡੇ ਪਾਠਕ, ਤੁਹਾਡੇ ਪਾਠਕ, ਤੁਹਾਨੂੰ ਸੁਣਨ ਵਾਲੇ, ਤੁਹਾਨੂੰ ਚਾਹਣ ਵਾਲੇ, ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਸਵਾਗਤ ਤੇ ਧੰਨਵਾਦ। ਇੱਕ ਵਾਰ ਧੰਨਵਾਦ ਮੈਂ ਤੁਸੀਂ ਸਾਰਿਆਂ ਦਾ, ਤੁਹਾਡੀ ਟੀਮ ਦਾ, ਤੁਹਾਡੇ ਪਾਠਕਾਂ ਦਾ, ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਮਜ਼ਾ ਆਇਆ। ਸਾਡੇ ਪ੍ਰੋਗਰਾਮ ਨਾਲ ਜੁੜੇ ਦਰਸ਼ਕੋ, ਅੰਬਰਾਂ ਦੇ ਸਰਨਾਵੇ 'ਚ ਅੱਜ ਸਨ ਸਵਾਮੀ ਅੰਤਰ ਨੀਰਵ ਜੀ, ਜੋ ਚੇਚੇ ਤੌਰ ਤੋਂ ਜੰਮੂ ਤੋਂ ਆਏ ਸਨ। ਹੁਣ ਅਗਲੇ ਪ੍ਰੋਗਰਾਮ ਤੱਕ ਇਜਾਜ਼ਤ, ਫਿਰ ਕਿਸੇ ਸ਼ਖਸੀਅਤ ਕਵੀ ਨਾਲ ਮਿਲਾਂਗੇ ਅਗਲੇ ਹਫਤੇ। ਤੁਹਾਡਾ ਧੰਨਵਾਦ।